ਤੁਹਾਡਾ ਦਾਸ ਬਲਿਹਾਰ ਸਿੰਘ ਰਾਮੇਵਾਲ ਹਰ ਹਫਤੇ ਦੀ ਤਰ੍ਹਾਂ ਸਿੱਖ ਚੈਨਲ ਦੇ ਜ਼ਰੀਏ ਤੁਹਾਡਾ ਆਪਣਾ ਪ੍ਰੋਗਰਾਮ ਗੱਲ ਪੰਜਾਬ ਦੀ ਲੈ ਕੇ ਅੱਜ ਫਿਰ ਹਾਜ਼ਰ ਹੋਇਆ। ਗੱਲ ਪੰਜਾਬ ਦੀ ਵਿੱਚ ਜਿੱਥੇ ਕਿਤੇ ਵੀ ਵੱਸਦੇ ਨੇ ਪੰਜਾਬੀ, ਉਹਨਾਂ ਨਾਲ ਕੋਈ ਵੀ ਮਸਲਾ ਹੋਵੇ, ਕਿਸੇ ਤਰ੍ਹਾਂ ਦੀ ਵੀ ਗੱਲ ਹੋਵੇ, ਚਾਹੇ ਖੁਸ਼ੀ ਦੀ ਚਾਹੇ ਗਮੀ, ਸਿੱਖ ਚੈਨਲ ਪਹਿਲ ਦੇ ਆਧਾਰ ਤੇ ਤੁਹਾਡੇ ਰੂਬਰੂ ਕਰਦਾ, ਚਾਹੇ ਉਹ ਕਿਸੇ ਵੀ ਦੇਸ਼ ਕਿਸੇ ਵੀ ਦੁਨੀਆ ਦੇ ਕੋਨੇ ਦੀ ਗੱਲ ਹੋਵੇ। ਲੇਕਿਨ ਆਪਾਂ ਭਲੀ ਭਾਂਤ ਜਾਣਦੇ ਹਾਂ ਕਿ ਕੁਝ ਮਹੀਨਿਆਂ ਤੋਂ ਆਪਾਂ ਤੁਹਾਨੂੰ ਪੰਜਾਬ ਦੇ ਨਾਲ ਜੋੜੀ ਰੱਖਿਆ। ਅੱਜ ਕੋਸ਼ਿਸ਼ ਕਰੂੰਗਾ ਕਿ ਤੁਹਾਨੂੰ ਪੰਜਾਬ ਤੋਂ ਥੋੜਾ ਜਿਹਾ ਬਾਹਰ ਭਾਰਤ ਦੇ ਵਿੱਚ ਹੀ ਜੋੜ ਕੇ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇ। ਇਸ ਤੋਂ ਪਹਿਲਾਂ ਮੈਂ ਆਪਣਾ ਪ੍ਰੋਗਰਾਮ ਸ਼ੁਰੂ ਕਰਾਂ। ਜੋ ਅਮਰੀਕਾ ਨੂੰ ਜਾ ਰਹੇ ਸੀ ਕੁਝ ਲੋਕ, ਤਕਰੀਬਨ 44 ਮੈਕਸੀਕੋ ਤੋਂ ਜਿੱਥੋਂ ਤੱਕ ਪਤਾ ਲੱਗਾ, ਉਹਨਾਂ ਚੋਂ 44 ਲੋਕ ਜੋ ਗੁਰੂ ਨੂੰ ਪਿਆਰੇ ਹੋ ਗਏ, ਉਹਨਾਂ ਨੂੰ ਮੈਂ ਆਪਣੇ ਵੱਲੋਂ ਆਪਣੀ ਪੂਰੀ ਟੀਮ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ। ਅਗਲੇ ਹਫ਼ਤੇ ਤੱਕ ਪੂਰੀ ਖਬਰ ਪੂਰੀ ਇਨਫੋਰਮੇਸ਼ਨ ਆਉਣ ਤੇ ਤੁਹਾਡੇ ਰੂਬਰੂ ਉਹ ਪ੍ਰੋਗਰਾਮ ਨੂੰ ਕੀਤਾ ਜਾਵੇਗਾ। ਕਿਉਂ ਹੋਇਆ, ਕਿਸ ਤਰ੍ਹਾਂ ਹੋਇਆ, ਉਹ ਟਰੱਕ ਵਿੱਚ ਲੋਰੀ ਵਿੱਚ ਕੌਣ ਸੀ, ਕੀ ਪੰਜਾਬੀ ਸੀ ਜਾਂ ਕੋਈ ਹੋਰ ਸੀ, ਸਾਰਾ ਕੁਝ ਦੱਸਿਆ ਜਾਵੇਗਾ ਤੁਹਾਨੂੰ। ਸ਼ਾਇਦ ਉਸ ਤੋਂ ਪਹਿਲਾਂ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਵੇਗਾ। ਅੱਜ ਅਸੀਂ ਗੱਲ ਕਰਾਂਗੇ, ਮੇਰਾ ਕਹਿਣ ਤੋਂ ਮੁਰਾਦ ਸੀ ਕਿ ਪੰਜਾਬ ਤੋਂ ਬਾਹਰ, ਲੇਕਿਨ ਪੰਜਾਬ ਦੇ ਨਾਲ ਵੀ ਤੁਹਾਨੂੰ ਜੋੜ ਕੇ ਰੱਖਾਂਗੇ। ਭਾਰਤ ਦੇ ਵਿੱਚ ਜਦੋਂ ਦੀ ਬੀਜੇਪੀ ਸਰਕਾਰ ਬਣੀ, ਉਦੋਂ ਤੋਂ ਕਿਸੇ ਸੂਬੇ ਵਿੱਚ ਜਿੱਥੇ ਇਹਨਾਂ ਦੇ ਵਿਰੋਧ ਵਿੱਚ ਸਰਕਾਰ ਬਣੇ, ਇਹਨਾਂ ਦੀ ਵਿਰੋਧੀ ਪਾਰਟੀ ਦੀ ਸਰਕਾਰ ਬਣੇ, ਇਹਨਾਂ ਦੇ ਵਿਰੋਧੀਆਂ ਦੀ ਸਰਕਾਰ ਬਣੇ, ਕੁਝ ਸਮਾਂ ਪਾ ਕੇ ਸਾਲ, 1.5 ਸਾਲ, 6 ਮਹੀਨੇ ਇਹ ਉਹਨਾਂ ਚੋਂ ਖਰੀਦੋ ਫਰੋਖਤ ਕਰਕੇ ਜਾਂ ਉਹਨਾਂ ਤੇ ਛਾਪੇ ਮਰਵਾ ਕੇ ਉਹ ਸਰਕਾਰਾਂ ਨੂੰ ਵਿੱਚੋਂ MLA ਖਰੀਦ ਕੇ ਤੋੜ ਦਿੰਦੇ ਨੇ। ਜੋ ਅੱਜ ਗਤੀਵਿਧੀ ਚੱਲ ਰਹੀ ਹੈ ਮਹਾਰਾਸ਼ਟਰ ਦੇ ਵਿੱਚ, ਅੱਜ ਉਹਦੇ ਤੇ ਗੱਲਬਾਤ ਕਰਾਂਗੇ ਕਿ ਸ਼ਿਵ ਸੈਨਾ ਜਿਹਦੇ ਵਿੱਚ ਇਹਨੇ 2 ਗੁੱਟ ਬਣਾ ਦਿੱਤੇ, ਕੀ ਕਾਮਯਾਬ ਹੋ ਜਾਣਗੇ ਕਿ ਨਹੀਂ ਹੋਣਗੇ? ਕੀ ਮਹਾਰਾਸ਼ਟਰ ਦੇ ਲੋਕ ਜੋ ਰਾਜਪੂਤ ਜਿੱਥੇ ਜ਼ਿਆਦੇ ਨੇ, ਕੀ ਉਹਨਾਂ ਦੇ ਇਹ ਮਨਸੂਬੇ ਵਿੱਚ ਕਾਮਯਾਬ ਹੋਣ ਤੋਂ ਬਾਅਦ ਕੀ ਉਹ ਇਹਨਾਂ ਨੂੰ ਮੂੰਹ ਲਾਉਣਗੇ ਜਾਂ ਨਹੀਂ ਲਾਉਣਗੇ? ਇਹਨਾਂ ਤੇ ਵਿਚਾਰਾਂ ਦੀ ਸਾਂਝ ਪਾਵਾਂਗੇ। ਮੇਰੇ ਨਾਲ ਵਿਚਾਰਾਂ ਦੀ ਸਾਂਝ ਪਾਉਣ ਦੇ ਲਈ ਜਾਣੀਆਂ ਪਹਿਚਾਣੀਆਂ ਸ਼ਖਸੀਅਤਾਂ ਸਰਦਾਰ ਧਨਵੰਤ ਸਿੰਘ ਜੀ ਬਾੜਾ ਸਾਹਿਬ ਜੁੜੇ ਨੇ, ਸਰਦਾਰ ਜਸਵਿੰਦਰ ਸਿੰਘ ਜੀ ਕਾਲਾ ਜੁੜੇ ਨੇ ਅਤੇ ਸਰਦਾਰ ਜਸਵਿੰਦਰ ਸਿੰਘ ਸਰਪੰਚ ਤਾਲਵਣ ਵਾਲੇ ਜੁੜੇ ਨੇ। ਸੋ ਮੈਂ ਤਿੰਨਾਂ ਦਾ ਆਪਣੀ ਜ਼ਿੰਦਗੀ ਦੇ ਬੜੇ ਹੀ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਜੁੜਨ ਤੇ ਧੰਨਵਾਦ ਕਰਦਾ ਹੋਇਆ ਫਤਿਹ ਬੁਲਾਉਣਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤੋਂ ਪਹਿਲਾਂ ਮੈਂ ਇਸ ਮੁੱਦੇ ਤੇ ਆਪਾਂ ਗੱਲਬਾਤ ਕਰੀਏ, ਇਸ ਮੁੱਦੇ ਤੇ ਮੈਂ ਆਪਣੇ ਭਰਾਵਾਂ ਦੇ ਵਿਚਾਰ ਲਵਾਂ। ਕਾਲੇ ਭਾ ਤੁਹਾਡੇ ਕੋਲੋਂ, ਕਿਉਂਕਿ ਇੱਕ ਖਬਰ ਜੋ ਕੁਛ ਕੁ ਰੇਡੀਓ ਵਾਲਿਆਂ ਨੇ, ਕੁਛ ਕੁ ਮੀਡੀਆ ਵਾਲਿਆਂ ਨੇ, ਚਾਹੇ ਉਹ ਪੰਜਾਬ ਦੀ ਧਰਤੀ ਹੋਵੇ ਚਾਹੇ ਕਿਸੇ ਵਿਦੇਸ਼ ਦੀ ਧਰਤੀ ਹੋਵੇ, ਇਹ ਖਬਰ ਫੈਲਾਈ ਕਿ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਅਤੇ ਨਿਰਮਲ ਕੁਟੀਆ ਦੇ ਸੇਵਾਦਾਰਾਂ ਵੱਲੋਂ ਲੋਕਾਂ ਦੇ ਖੱਤਿਆਂ ਚੋਂ ਧੱਕੇ ਨਾਲ ਮਿੱਟੀ ਚੱਕ ਕੇ ਦਰਿਆ ਦੇ ਬੰਨਾਂ ਤੇ ਪਾਈ ਜਾ ਰਹੀ, ਜਾਂ ਜਿੱਥੇ ਲੋੜ ਹੈ ਉੱਥੇ ਵਰਤੀ ਜਾ ਰਹੀ ਹੈ। ਲੇਕਿਨ ਕਿਉਂਕਿ ਜਿਹੜੀ ਮੇਰੇ ਕੋਲ ਖਬਰ ਪਹੁੰਚੀ, ਜੋ ਮੈਂ ਬਾਬਾ ਜੀ ਨਾਲ ਵਿਚਾਰ ਕੀਤੇ, ਉਹਨਾਂ ਨੇ ਵੀ ਦੱਸਿਆ ਕਿ ਉਹ ਜਿਹੜੀ ਜ਼ਮੀਨ ਹੈ ਉਹ ਰੇਲਵੇ ਵਾਲਿਆਂ ਦੀ ਆ। ਕੁਛ ਕੁ ਲੋਕਾਂ ਨੇ, ਕੁਛ ਕੁ ਜ਼ਿਮੀਂਦਾਰਾਂ ਨੇ ਜਿਹੜੇ ਜ਼ਮੀਨ ਨਿਭਾਉਂਦੇ ਸੀ, ਜਾਂ ਕੁਛ ਅਫਸਰਾਂ ਨੇ ਉਹ ਤੇ ਜਿੰਨੀ ਕਿਤੇ ਕਬਜ਼ਾ ਕੀਤਾ ਹੋਇਆ, ਉਹ ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ ਕਿ ਅਸਲ ਸੱਚਾਈ ਕੀ ਆ। ਦੂਰ ਦਰੇਡੇ ਸੁਣ ਰਹੀਆਂ, ਇੰਟਰਨੈਟ ਰਾਹੀਂ ਸਾਰੇ ਯੂਰਪ 'ਚ ਸੁਣ ਰਹੀਆਂ ਸਿੱਖ ਚੈਨਲ ਨੂੰ, ਸਾਰੀਆਂ ਸਿੱਖ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇਹ ਬਲਿਹਾਰ ਜੀ, ਮੈਨੂੰ ਵੀ ਇਹ ਨਿਊਜ਼ ਦਾ ਪਤਾ ਲੱਗਾ ਤੇ ਇਹ ਅਜੀਤ ਅਖਬਾਰ ਦੇ ਵਿੱਚ ਵੀ ਨਿਊਜ਼ ਲੱਗੀ ਸੀਗੀ ਪੰਜਾਬ ਦੇ ਵਿੱਚ। ਇਹ ਸਰਾਸਰ ਇੱਕ ਪ੍ਰਾਪੋਗੰਡਾ ਕੀਤਾ ਜਾ ਰਿਹਾ ਹੈ। ਕਿਉਂਕਿ ਜਦੋਂ ਬਾਬਾ ਜੀ ਨੇ ਪਹਿਲੋਂ ਵੀ ਉਹ ਦਰਿਆ, ਉਹ ਸਤਲੁਜ ਜਿਹੜਾ ਰੇਲਵੇ ਬ੍ਰਿਜ ਹੈ, ਉਹ ਰੇਲਵੇ ਬ੍ਰਿਜ ਦੇ ਉੱਪਰ ਤੱਕ ਮਿੱਟੀ ਭਰਨ ਕਰਕੇ ਤੋਂ ਹੜ੍ਹਾਂ ਦੀ ਮਾਰ ਹੇਠ ਆ ਜਾਂਦਾ ਸੀ। ਉਹ ਸਾਡਾ ਏਰੀਆ, ਉਸ ਏਰੀਏ ਨੂੰ ਬਚਾਉਣ ਦੇ ਕਰਕੇ ਤੇ ਉਦੋਂ ਵੀ ਜਿਹੜੀ ਉਹ ਗੌਰਮੈਂਟ ਸੀ, ਉਹਨਾਂ ਨੇ ਬਾਬਾ ਜੀ ਨੂੰ ਮਿੱਟੀ ਕੱਢਣ ਦੀ ਪਰਮਿਸ਼ਨ ਦੇ ਦਿੱਤੀ। ਉਹ ਜਦੋਂ ਮਿੱਟੀ ਕੱਢੀ ਗਈ, ਉੱਥੇ ਕੀ ਹੈ, ਉੱਥੇ ਕਿ ਲਾਗੇ ਦੋਨੀ ਬੰਨੀ ਰੇਲਵੇ ਦੀ ਜ਼ਮੀਨ ਹੈ। ਰੇਲਵੇ ਦੀ ਜ਼ਮੀਨ ਕਾਫੀ ਬਾਹਰ ਤੱਕ ਰੇਲਵੇ ਨੇ ਅਕਵਾਇਰ ਕੀਤੀ ਹੁੰਦੀ ਆ। ਉਹ ਰੇਲਵੇ ਦੀ ਜ਼ਮੀਨ ਦਰਿਆ ਦੇ ਤਲ ਤੋਂ, ਪਾਣੀ ਦੇ ਤਲ ਤੋਂ ਜਿਹੜੇ ਉੱਪਰ
ਉੱਚੀ ਹੁੰਦੀ ਆ, ਉਹਦੇ ਉੱਤੇ ਲੋਕੀ ਛੋਟੇ-ਮੋਟੇ ਰੇਲਵੇ ਦੇ ਅਫਸਰਾਂ ਨਾਲ ਮਿਲ ਕੇ ਉਹ 'ਤੇ ਕਬਜ਼ਾ ਕਰ ਲੈਂਦੇ ਆ। ਉਹਦਾ ਵਿੱਚੋਂ ਥੋੜ੍ਹਾ ਬਹੁਤਾ ਉਹ ਰੇਲਵੇ ਦੇ ਮੁਲਾਜ਼ਮਾਂ ਨੂੰ ਦੇ ਕੇ ਤੇ ਉਹ ਰੇਲਵੇ ਦੇ ਜ਼ਮੀਨ ਨੂੰ ਵਾਹੁੰਦੇ ਰਹਿੰਦੇ ਆ ਮੁਕਤੀ। ਤੇ ਜਦੋਂ ਉਹ ਹਾਂਜੀ ਜ਼ਮੀਨ ਰੇਲਵੇ ਦੀ ਨੂੰ ਬਾਬਾ ਜੀ ਨੇ ਚੁੱਕਿਆ ਤੇ ਲੋਕਾਂ ਨੂੰ ਉਹ ਹੜ੍ਹ ਤੋਂ ਬਚਾਇਆ, ਤੇ ਉਹ ਲੋਕਾਂ ਦਾ ਉਦੋਂ ਵੀ ਲੋਕਾਂ ਨੇ ਬਾਬਾ ਜੀ ਦਾ ਕਾਫੀ ਵਿਰੋਧ ਕੀਤਾ। ਉਦੋਂ ਵੀ ਬਾਬਾ ਜੀ ਨੂੰ ਧਮਕੀਆਂ ਦਿੱਤੀਆਂ ਗਈਆਂ, ਐਂ ਕਰਾਂਗੇ ਜਿਉਂ ਕਰਾਂਗੇ। ਤੇ ਬਾਬਾ ਜੀ ਨੇ ਕਿਹਾ ਬਈ ਭਾਈ ਅਸੀਂ ਤੁਹਾਡਾ ਕੋਈ ਨੁਕਸਾਨ ਨਹੀਂ ਕਰਦੇ, ਇਹ ਜ਼ਮੀਨ ਤੁਹਾਡੀ ਆ। ਉਹ ਕਹਿੰਦੇ ਨਹੀਂ, ਜ਼ਮੀਨ ਰੇਲਵੇ ਦੀ ਆ, ਕਬਜ਼ਾ ਸਾਡਾ, ਹਾਂਜੀ ਤੁਸੀਂ ਸਾਡੇ ਨਾਲ ਧੱਕਾ ਕਰ ਰਹੇ ਹੋ। ਤੇ ਬਾਬਾ ਜੀ ਕਹਿੰਦੇ ਵੀ ਤੁਸੀਂ ਜਿਹੜਾ ਬਾਹਰਲੇ ਲੋਕਾਂ ਨਾਲ ਇੰਨਾ ਧੱਕਾ ਕਰ ਰਹੇ ਕਿ ਇੱਥੇ ਡਾਫ ਲਾ ਕੇ ਜਦੋਂ ਹੜ੍ਹ ਆਉਂਦਾ ਤੇ ਇੰਨੀ ਦੁਨੀਆ ਰੁੜ ਜਾਂਦੀ ਆ, ਉਦੋਂ ਤੁਸੀਂ ਜਿਹੜਾ ਲੋਕਾਂ ਨਾਲ ਧੱਕਾ ਕਰਦੇ ਆ, ਇਹਨੂੰ ਜੇ ਤੁਸੀਂ ਧੱਕਾ ਸਮਝਦੇ ਹੋ ਤੇ ਧੱਕਾ ਹੀ ਚੱਲੂ। ਪਰ ਉਹ ਜਿਹੜੀ ਰੇਲਵੇ ਦੀ ਜ਼ਮੀਨ ਹੈ, ਹੁਣ ਜਿਹੜਾ ਮਾਈਨਿੰਗ ਦਾ ਜਿਹੜਾ ਮਹਿਕਮਾ ਬਲਿਹਾਰ ਜੀ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਿਆਂ, ਉਹ ਇੱਕ ਕ੍ਰਿਸ਼ਨ ਕੁਮਾਰ ਜੀ ਨੇ, ਜਿਹਨੇ ਪਹਿਲੋਂ ਪੰਜਾਬ ਸਿੱਖਿਆ ਬੋਰਡ ਲਈ ਕੰਮ ਕਰਦੇ ਸੀਗੇ। ਬਹੁਤ ਹਾਂਜੀ ਇਮਾਨਦਾਰ ਅਫੀਸਰ ਨੇ ਉਹ। ਉਹਨਾਂ ਨੇ ਫਿਰ ਬਾਬਾ ਜੀ ਨੂੰ ਕਿਹਾ ਬਾਬਾ ਜੀ ਜਿਹੜੀ ਰਹਿੰਦੀ ਵੀ ਜ਼ਮੀਨ ਆ ਉਹ ਉੱਚੀ ਆ, ਉਹ ਦਰਿਆ ਦੇ ਵਿੱਚੋਂ ਅੱਗੇ ਲੋਕਾਂ ਦਾ ਬਹੁਤ ਭਲਾ ਹੋਇਆ ਬਹੁਤ, ਕਿਉਂਕਿ ਉਦੋਂ ਮਗਰੋਂ ਹੜ੍ਹ ਨਹੀਂ ਆਇਆ ਉੱਥੇ ਸਾਡੇ ਏਰੀਏ ਦੇ ਵਿੱਚ। ਤੇ ਬਾਬਾ ਜੀ ਨੂੰ ਉਹਨਾਂ ਨੇ ਬੇਨਤੀ ਕੀਤੀ ਕਿ ਬਾਬਾ ਜੀ ਜਿਹੜਾ ਰਹਿੰਦਾ ਏਰੀਆ ਵੀ ਆ ਜਿਹੜਾ ਉਹ ਚੁੱਕਣ ਵਾਲਾ, ਜਿਹੜਾ ਉੱਚਾ ਆ ਦਰਿਆ ਦੇ ਨਾਲੋਂ, ਬ੍ਰਿਜ ਦੇ ਨਾਲੋਂ, ਉਹਨੂੰ ਚੱਕ ਦਿੱਤਾ ਜਾਵੇ ਤਾਂ ਕਿ ਕਦੀ ਵੀ ਜ਼ਿੰਦਗੀ 'ਚ ਉਹ ਹੜ੍ਹ ਨਾ ਆਵੇ। ਤੇ ਤਾਂ ਫਿਰ ਲੋਕਾਂ ਨੇ ਫਿਰ ਉਹ ਕੰਪਲੇਂਟਾਂ ਕੀਤੀਆਂ ਤੇ ਲੋਕਾਂ ਨੇ ਫਿਰ ਉਹ ਬਾਬਾ ਜੀ ਦਾ ਵਿਰੋਧ ਕੀਤਾ। ਤੇ ਕੋਈ ਮੰਗਲ ਸਿੰਘ ਨਾਂ ਦੇ ਬੰਦੇ ਨੇ ਰਾਜ ਰੇਡੀਓ ਦੇ ਨਾਲ ਵੀ ਸੰਪਰਕ ਕੀਤਾ ਤੇ ਰਾਜ ਰੇਡੀਓ ਨੇ ਵੀ ਉਹਨੂੰ ਇੱਥੇ ਦਰਸਾਇਆ ਕਿ ਬਾਬਾ ਜੀ ਧੱਕਾ ਕਰ ਰਹੇ। ਪਰ ਇਹ ਸਰਾਸਰ ਬਿਲਕੁਲ ਗਲਤ ਨਿਊਜ਼ ਫੈਲਾਈ ਜਾ ਰਹੀ ਹੈ। ਬਾਬਾ ਜੀ ਇੱਦਾਂ ਕਿਸੇ ਦੇ ਨਾਲ ਕਿਸੇ ਦੀ ਜੱਦੀ ਜਾਇਦਾਦ ਦੇ ਵਿੱਚੋਂ ਧੱਕੇ ਨਾਲ ਜ਼ਮੀਨ ਦੇ ਵਿੱਚੋਂ ਕੋਈ ਵੀ, ਬਾਬਾ ਜੀ ਕੀ ਕੋਈ ਸਰਕਾਰ ਵੀ ਕਿਸੇ ਦੀ ਜੱਦੀ ਜਾਇਦਾਦ ਦੇ ਵਿੱਚੋਂ ਧੱਕੇ ਨਾਲ ਜਿਹੜੀ ਮਿੱਟੀ ਆ ਉਹ ਨਹੀਂ ਚੱਕ ਸਕਦੀ ਜੀ। ਕਾਲੇ ਭਾ ਜਿਹੜਾ ਤੁਸੀਂ ਕਿਹਾ ਰਾਜ ਐਫਐਮ ਤੇ ਉਹ ਚੰਨਣ ਸਿੰਘ ਕਿਸੇ ਨੇ ਫੋਨ ਕਰਿਆ ਸੀ, ਜਿਹੜਾ ਤੁਸੀਂ ਨਾਂ ਲਿਆ ਇਹ ਨਹੀਂ ਸੀ ਨਾ, ਚੰਨਣ ਸਿੰਘ ਸੀਗਾ। ਚਲੋ ਐਨੀ ਵੀ ਆਪਾਂ ਇਸ ਬਹਿਸ ਨਾ ਪਈਏ। ਨਹੀਂ ਚੰਨਣ ਸਿੰਘ, ਹਾਂਜੀ ਚੰਨਣ ਸਿੰਘ ਹੀ ਸੀਗਾ। ਹਾਂਜੀ ਚੰਨਣ ਸਿੰਘ ਸੀਗਾ। ਸੋ ਇਸ ਕਰਕੇ ਮੈਂ ਇਹ ਆਪਾਂ ਕਿਸੇ ਇਸ ਵਿਸ਼ੇ ਨੂੰ ਨਹੀਂ ਜਾਣਾ, ਆਪਣਾ ਸਿਰਫ ਸੰਗਤਾਂ ਨੂੰ ਇਹ ਦੱਸਣਾ ਸੀਗਾ ਜਿਨ੍ਹਾਂ ਨੇ ਵੀ ਉਹ ਖਬਰ ਚਾਹੇ ਅਜੀਤ 'ਚ ਪੜ੍ਹੀ, ਚਾਹੇ ਰਾਜ ਦੇ ਸੁਣੀ ਜਾਂ ਕਿਤੇ ਹੋਰ ਸੁਣੀ। ਅਸੀਂ ਤੁਹਾਨੂੰ ਦੱਸਦੇ ਜਾਂਦੇ ਹਾਂ ਕਿ ਅਗਰ ਇਹ ਸੱਚ ਨਾ ਹੋਵੇ ਤੇ ਸਾਨੂੰ ਤੁਸੀਂ ਜਦੋਂ ਮਰਜ਼ੀ ਅਪਰੋਚ ਕਰ ਸਕਦੇ ਹੋ, ਮੈਨੂੰ ਜਾਂ ਕਾਲੇ ਭਾ ਨੂੰ ਪੁੱਛ ਸਕਦੇ ਹੋ। ਬਾੜਾ ਸਾਹਿਬ, ਜਿਸ ਤਰ੍ਹਾਂ ਮਹਾਰਾਸ਼ਟਰ ਦੇ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਘਮਸਾਨ ਮਚਿਆ ਹੋਇਆ ਹੈ, 53 MLA ਸਨ ਸ਼ਿਵ ਸੈਨਾ ਦੇ, ਉਹਨਾਂ ਨੇ ਸ਼ਰਦ ਪਵਾਰ ਨਾਲ ਰਲ ਕੇ ਸਰਕਾਰ ਬਣਾਈ, ਕਾਂਗਰਸ ਨਾਲ ਤੇ NCP ਨਾਲ ਰਲ ਕੇ ਸਰਕਾਰ ਬਣਾਈ। ਲੇਕਿਨ BJP ਉਦੋਂ ਤੋਂ ਹੱਥ ਧੋ ਕੇ ਪਿੱਛੇ ਪਈ ਹੋਈ ਸੀ। ਸ਼ਿਵ ਸੈਨਾ ਦੇ ਬਾਲ ਠਾਕਰੇ ਦੇ ਘਰਾਣੇ ਦੇ ਨਾਲ ਬਹੁਤ ਹੀ ਕਰੀਬੀ ਏਕਨਾਥ ਸ਼ਿੰਦੇ ਨੂੰ ਜਿਨ੍ਹਾਂ ਨੇ ਵਿੱਚੋਂ ਪੱਟਿਆ, ਉਹਦੇ ਕੋਲ MLA ਕਾਫੀ ਸਨ, ਲੈ ਗਈ ਤੇ ਸਰਕਾਰ ਅੱਜ ਟੁੱਟਣ ਦੇ ਕਿਨਾਰੇ ਖੜੀ। ਕੀ ਸਰਕਾਰ ਨੂੰ ਤੋੜ ਦੇਣਗੇ ਜਾਂ ਆਪਣਾ ਬਹੁਮਤ ਸਾਬਤ ਕਰ ਦੇਣਗੇ ਜਾਂ ਸ਼ਿਵ ਸੈਨਾ ਦੇ ਬਾਕੀ ਹੋਏ ਵਿਧਾਇਕ ਵਾਪਸ ਆ ਜਾਣਗੇ? ਬਾੜਾ ਸਾਹਿਬ ਦੇਖੋ, ਪਹਿਲਾਂ ਤੇ ਦੂਰ ਦਰਾਡੇ ਬੈਠੇ ਸਿੱਖ ਚੈਨਲ ਦੇ ਦਰਸ਼ਕਾਂ ਨੂੰ ਆਪਣੀ ਸਮੂਹ ਟੀਮ ਵੱਲੋਂ ਅਤੇ ਸਿੱਖ ਚੈਨਲ ਵੱਲੋਂ ਫਤਿਹ ਦੀ ਸਾਂਝ ਬਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਲਿਆ ਜੀ ਆਪਣਾ ਮੁੱਦੇ ਤੋਂ ਜਾਂ ਗੱਲ ਤੋਂ ਪਹਿਲਾਂ ਉੱਪਰ ਨਹੀਂ ਜਾਂਦੇ, ਕਿਉਂਕਿ 2 ਦਿਨ ਪਹਿਲਾਂ ਇਹ ਸੰਗਰੂਰ ਦੀ ਜਿਮਨੀ ਚੋਣ ਦੇ ਜਿਹੜੀ ਆ ਉਹਦੇ ਰਿਜ਼ਲਟ ਆਏ ਨੇ, ਜਿਸ ਦੇ ਵਿੱਚ ਅਕਾਲੀ ਦਲ ਅੰਮ੍ਰਿਤਸਰ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਵੱਡੀ ਜਿੱਤ ਪ੍ਰਾਪਤ ਕੀਤੀ। ਆਪਣੇ ਸਿੱਖ ਚੈਨਲ ਵੱਲੋਂ ਤੇ ਸਮੂਹ ਪੈਨਲ ਵੱਲੋਂ ਆਪਾਂ ਪਹਿਲਾਂ ਇਸ ਵੀ ਉਹਨਾਂ ਨੂੰ ਵਧਾਈ ਦਿੰਦੇ ਆ ਤੇ ਨਾਲ ਬੜੀ ਦੇਰ ਬਾਅਦ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਆ। ਤੇ ਕਿਉਂਕਿ ਬੜਾ ਘੋਲਿਆ ਇਹਨਾਂ ਨੇ, ਮਤਲਬ ਜੀ ਕਿਉਂਕਿ ਮੈਨੂੰ ਆਪਾਂ ਛੋਟੇ ਹੁੰਦਿਆਂ ਪੜ੍ਹਦੇ ਹੁੰਦੇ ਸੀਗੇ, ਮੇਰੇ ਖਿਆਲ ਕਾਲੇ ਭਾ ਨੂੰ ਵੀ ਪਤਾ ਹੋਣਾ, ਕਿੰਗ ਬਰੂਸ ਐਂਡ ਦੀ ਸਪਾਈਡਰ ਇੱਕ ਕਹਾਣੀ ਪੜ੍ਹਦੇ ਹੁੰਦੇ ਸੀਗੇ। ਉਹ ਇੱਕ ਮੱਕੜੀ ਸੀਗੀ, ਉਹ ਰਾਜਾ ਹਾਰ ਜੇ ਕੇ ਜੰਗਲਾਂ ਵਿੱਚ ਚਲਾ ਗਿਆ ਤੇ ਉਹ ਗੁਫਾ 'ਚ ਬੈਠਾ ਸੀ ਤੇ ਉਹਨੇ ਮਤਲਬ ਮੱਕੜੀ ਨੂੰ ਚੜ੍ਹਦੀ ਉੱਤੇ ਦੇਖਿਆ, ਕਈ ਵਾਰ ਚੜੀ ਕਈ ਵਾਰ ਡਿੱਗੀ, ਫਿਰ ਉਹ ਆਖ ਤੇ ਚੜ੍ਹ ਗਈ, ਜਿਸਦਾ ਇਹ ਸੀਗਾ ਕਿ ਟਰਾਈ ਗੇਨ ਵਾਲਾ, ਮਤਲਬ ਉਹਦਾ ਸਿੱਟਾ ਨਿਕਲਦਾ ਸੀ।
ਸੋ ਮਾਨ ਉਹਨਾਂ ਨੇ ਬੜੀ ਦੇਰ ਬਾਅਦ ਜਾ ਕੇ ਜਿੱਤ ਪ੍ਰਾਪਤ ਕੀਤੀ। ਹੁਣ ਦੇਖਣਾ ਇਹ ਆ ਕਿ ਮਸਲਾ ਇਹ ਕਿਰਪਾਨ ਦਾ ਲੈ ਕੇ ਅੱਗੇ ਜਾਂਦੇ ਨੇ ਕਿ ਜਾਂ ਇਹਨਾਂ ਨੂੰ ਮਤਲਬ ਇਸੇ ਤਰ੍ਹਾਂ ਸੋਰਟ ਕਰਦੇ ਨੇ। ਪਰ ਇਹ ਤੇ ਗੱਲ ਵੀ ਲੇਟਰ ਨੂੰ ਆਪਾਂ ਕਰਾਂਗੇ ਮਾੜੀ ਮੋਟੀ ਥੋੜੀ ਜਿਹੀ। ਤੇ ਜਿਹੜੀ ਗੱਲ ਮਹਾਰਾਸ਼ਟਰ ਦੀ, ਮਹਾਰਾਸ਼ਟਰ ਦੇ ਵਿੱਚ ਜੀ ਜਿਹੜੀ ਬੀਜੇਪੀ ਹੈ ਨਾ ਜੀ 24 ਤੱਕ ਸ਼ਿਵ ਸੈਨਾ ਤੇ ਬੀਜੇਪੀ ਨੇ ਜਿਹੜਾ, ਮੈਂ ਤਾਂ ਇਹ ਕਹਾਂਗਾ ਕਿ ਵੀ ਐਮਐਲਏ ਟੁੱਟਣੇ ਨੇ, ਟੁੱਟ ਕਈਆਂ ਪਾਸੇ ਜਾਣੇ ਨੇ। ਪਰ ਲੇਕਿਨ ਜਿਹੜੀ ਖਬਰ ਚ ਜਿੰਨੀ ਕੁ ਮੈਂ ਪੜ੍ਹੀ, ਮੈਂ ਬਹੁਤਾ ਡੀਟੇਲਸ ਵਿੱਚ ਨਹੀਂ ਇਹਦੇ ਗਿਆ ਕਿਉਂਕਿ ਮੈਂ ਥੋੜੀਆਂ ਪੰਜਾਬ ਦੀਆਂ ਖਬਰਾਂ ਦੇ ਵਿੱਚ ਪੜ੍ਹਦਾ ਰਿਹਾ। ਪਰ ਲੇਕਿਨ ਮੈਂ ਇੰਨਾ ਕੁ ਕਹਾਂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਰ ਇੱਕ ਪਾਰਟੀ ਨੇ ਧੱਕਾ ਕਰਨਾ ਤੇ ਇੱਕ ਦੂਸਰੇ ਪਾਸੇ ਜਾਣਾ ਵੀ ਆ। ਪਰ ਲੇਕਿਨ ਮੈਜੋਰਟੀ ਜਿਹੜੀ ਹੈਗੀ ਆ ਉਹ ਇਹ ਸ਼ਿਵ ਸੈਨਾ ਦੀ, ਆਰਐਸਐਸ ਦੀ ਜਾਂ ਬੀਜੇਪੀ ਦੇ, ਇਹਨਾਂ ਨੇ ਆਪਣੇ ਆਪਸ ਵਿੱਚ ਹੀ ਕਰਨੀ ਆ, ਗੱਠਜੋੜ ਕਰਨਾ ਹੈ ਕਿਸੇ ਵੀ ਤਰੀਕੇ ਨਾਲ। ਭਾਵੇਂ ਇਹ ਖਰੀਦੇ ਜਾਣ, ਭਾਵੇਂ ਇਹ ਕਿਸੇ ਨੂੰ ਧਮਕਾ ਕੇ ਡਰਾ ਕੇ ਆਪਣੇ ਜੋ ਲਾਏ ਜਾਣ। ਪਰ ਇਹਦੀ ਜਿਹੜੀ ਫੁੱਲ ਡਿਟੇਲਸ ਆ, ਮੈਂ ਆਪਣੇ ਵੱਲੋਂ ਅਤੇ ਤੁਹਾਡੇ ਵੱਲੋਂ ਇਹ ਕਹਾਂਗਾ ਕਿ ਵੀ ਇਹ ਜ਼ਿਆਦਾ ਡਿਟੇਲ ਸਰਪੰਚ ਨੂੰ ਇਹ ਦੱਸ ਸਕਣਗੇ ਕਿਉਂਕਿ ਇਹ ਪੋਲਿਟਿਕਸ ਦੇ ਵਿੱਚ ਜ਼ਿਆਦਾ ਡੀਪਲੀ ਖੁਬੇ ਹੋਏ ਨੇ। ਤੇ ਲੇਕਿਨ ਮੈਂ ਮਹਾਰਾਸ਼ਟਰ ਦੀ ਇੰਨੀ ਡੀਪਲੀ ਨਹੀਂ ਖਬਰ ਪੜ੍ਹੀ ਜੀ, ਮੈਂ ਦੱਸ ਜਾਵਾਂ। ਚਲੋ ਮੈਂ ਧੰਨਵਾਦੀ ਹਾਂ। ਮੈਂ ਪਹਿਲਾਂ ਪੁੱਛਣ ਤੇ ਸਰਪੰਚ ਸਾਹਿਬ ਨੂੰ ਲੱਗਾ ਸੀਗਾ, ਲੇਕਿਨ ਸਰਪੰਚ ਸਾਹਿਬ ਵਿੱਚੋਂ ਉੱਠ ਕੇ ਖਿਸ ਗਏ ਕਿਸੇ ਪਾਸੇ ਨੂੰ, ਲੇਕਿਨ ਫਿਰ ਆ ਗਏ। ਸੋ ਸਰਪੰਚ ਸਾਹਿਬ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਕਿ ਕਿਉਂਕਿ ਕੱਲੀ ਆਪਾਂ, ਕਿਉਂਕਿ ਪੰਜਾਬੀ ਹਰ ਪਾਸੇ ਬਸੇ ਹੋਏ ਨੇ ਤੇ ਮਹਾਰਾਸ਼ਟਰ ਵਿੱਚ ਵੀ ਅਨੇਕਾਂ ਪੰਜਾਬੀ ਨੇ। ਆਪਾਂ ਨੂੰ ਕਿਉਂਕਿ ਉਹ ਸਿਆਸਤ ਵਿੱਚ ਵੀ ਹਿੱਸਾ ਲੈਂਦੇ ਨੇ, ਚਾਹੇ ਕਿਸੇ ਵੀ ਸੂਬੇ ਵਿੱਚ ਹੋਣ। ਕਿ ਜੋ ਬੀਜੇਪੀ ਇਹ ਕਰ ਰਹੀ ਆ ਕਿ ਉਹਨਾਂ ਲਈ ਇਹ ਮਾੜੀ ਗੱਲ ਨਹੀਂ ਕਿ ਕਿਸੇ ਸੂਬੇ ਨੂੰ ਇਸ ਤਰ੍ਹਾਂ ਦਬਾ ਕੇ, ਇਸ ਤਰ੍ਹਾਂ ਜ਼ੋਰ ਨਾਲ ਉਹਨਾਂ ਨੂੰ ਕੁਚਲ ਕੇ, ਉਹਨਾਂ ਨੂੰ ਡਰਾ ਧਮਕਾ ਕੇ, ਕਿਸੇ ਨੂੰ CBI ਦਾ ਕੇਸ ਪਾ ਕੇ ਆਪਣੇ ਨਾਲ ਖਿੱਚ ਲੈਣਾ? ਕੀ ਕਹਿਣਾ ਚਾਹੁੰਦੇ ਜੋ ਉੱਥੇ ਮਹਾਰਾਸ਼ਟਰ 'ਚ ਹੋਇਆ, ਸਰਪੰਚ ਸਾਹਿਬ? ਦੇਖੋ, ਸਭ ਤੋਂ ਪਹਿਲਾਂ ਰਾਮਾ ਜੀ ਤੁਹਾਡਾ ਧੰਨਵਾਦ, ਔਰ ਸਾਡੇ ਜਿੰਨੇ ਵੀ ਸਰੋਤੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਿਹੜੀ ਮਹਾਰਾਸ਼ਟਰ ਅਸੀਂ ਗੱਲ ਕਰ ਰਹੇ ਹਾਂ, ਮਹਾਰਾਸ਼ਟਰ ਅਸੀਂ ਪੂਰੇ ਇੰਡੀਆ ਦੇ ਸਿਨੈਰੀਓ ਦੇਖਦੇ ਹਾਂ ਤੇ ਜਿੱਥੇ ਜਿੱਥੇ ਬੀਜੇਪੀ ਕਮਜ਼ੋਰ ਆ, ਉਹ ਅਨੁਭਵ ਈਡੀ ਨੂੰ ਮਗਰ ਲਾ ਕੇ, CBI ਨੂੰ ਮਗਰ ਲਾ ਕੇ ਜਾਂ ਖਰੀਦੋ ਫਰੋਖਤ ਕਰਕੇ ਉਹ ਸਰਕਾਰਾਂ ਨੂੰ ਇੰਬੈਲੈਂਸ ਕਰਕੇ ਤੋੜਨਾ ਚਾਹੁੰਦੀਆਂ। ਹੁਣ ਆਪਾਂ ਅੱਜ ਦਾ ਜਿਹੜਾ ਮੁੱਦਾ ਹੈ ਮਹਾਰਾਸ਼ਟਰ ਦੀ ਤੇ ਆਪਣਾ ਕੇਂਦਰਿਤ ਹੈ ਕਿ ਮਹਾਰਾਸ਼ਟਰ ਦੀ ਜਿਹੜੀ ਸਰਕਾਰ ਆ ਉਹ ਬੀਜੇਪੀ ਖਰੀਦ ਕੇ, ਡਰਾ ਕੇ ਜਾਂ ਧਮਕਾ ਕੇ ਜਾਂ ਕਿਸ ਪੈਸੇ ਦੇ ਲਾਲਚ ਦੇ ਕੇ ਉਹ ਜਿਹੜੀ ਸ਼ਿਵ ਸੈਨਾ ਦੀ, ਕਾਂਗਰਸ ਦੀ ਔਰ NCP ਦੀ ਸਾਂਝੀ ਸਰਕਾਰ ਹੈ ਉਹ ਸੁੱਟਣਾ ਚਾਹੁੰਦੀ ਆ। ਪਹਿਲੀ ਗੱਲ ਕਿ ਉੱਥੇ 288 ਅਸੈਂਬਲੀ ਦੇ ਮੈਂਬਰ ਆ, ਜਿਨ੍ਹਾਂ ਦੇ ਵਿੱਚੋਂ 58 ਜਿਹੜੇ ਸੀਗੇ ਉਹ ਸ਼ਿਵ ਸੈਨਾ ਕੋਲ ਸੀਗੇ, ਔਰ ਉਹ ਜਿਹੜੇ ਏਕਨਾਥ ਸ਼ਿੰਦੇ ਨੂੰ ਪੱਟ ਕੇ ਉਹਦੇ ਕੋਲ 38 ਆ, ਔਰ ਉਹ ਕਹਿੰਦੇ ਉਧਵ ਠਾਕਰੇ ਦੇ ਕੋਲ ਜਿਹੜੇ ਆ ਉਹ ਇਸ ਟਾਈਮ 38 ਆ, ਉਹ 20 ਰਹਿ ਗਏ। ਉਸ ਤੋਂ ਇਲਾਵਾ NCP ਕੋ 54 ਆ, ਕਾਂਗਰਸ ਕੋ 44 ਆ, ਜਿਹੜੀ ਉੱਥੇ ਏਮਸ ਆ ਜਿਹੜਾ ਵੈਸੀ ਦੀ ਪਾਰਟੀ ਆ ਉਹਦੇ ਕੋ 3 ਆ, ਇੰਡੀਪੈਂਡੈਂਟ 13 ਆ। ਇਹ ਜਿਹੜਾ ਡਰਾਮਾ ਹੋ ਰਿਹਾ, ਜਿਹੜੇ ਚਾਕੇ MLA ਉਹ ਗੁਹਾਟੀ ਲੈ ਗਏ ਆ ਏਕਨਾਥ ਸ਼ਿੰਦੇ ਦੇ ਬੰਦਿਆਂ ਨੂੰ, ਉੱਥੋਂ ਹੋਟਲਾਂ ਵਿੱਚ ਰੱਖਿਆ ਆ। ਇਹ ਬੰਦਿਆਂ ਨੂੰ ਕਹਿ ਰਹੇ ਆ ਕਿ ਅਸੀਂ ਜਿਹੜੇ ਹਲੇ ਸ਼ਿਵ ਸੈਨਾ ਦੇ ਹੀ MLA ਆ, ਪਰ ਇਸ ਕਰਕੇ ਕਹਿ ਰਿਹਾ ਕਿ ਜਿਹੜੀ ਬੀਜੇਪੀ ਆ ਉਹ ਬਾਚ ਐਂਡ ਹੋਰ ਖਰੀਦੋ ਫਰੋਖਤ ਕਰ ਰਹੀ ਆ, ਕਿਉਂਕਿ ਅਗਰ ਅੱਜ ਦੀ ਸਥਿਤੀ ਦੇ ਵਿੱਚ ਵੀ ਉਹ ਸਰਕਾਰ ਡੇਗ ਨਹੀਂ ਸਕਦੀ ਕਿਉਂਕਿ ਉਹਨਾਂ ਦੇ ਕੋਲ ਭਲੇ ਪੂਰੀ ਮੈਜੋਰਟੀ ਨਹੀਂ ਹੈਗੀ, ਉਹਨਾਂ ਕੋਲ ਪੂਰੇ ਬੰਦੇ ਖਰੀਦੇ ਨਹੀਂ ਗਏ ਕਿਉਂਕਿ 13 ਤਾਂ ਆਜ਼ਾਦ ਆ। ਜਿਹੜੇ ਵੈਸੀ ਦੇ ਬੰਦੇ 3 ਆ ਉਹ ਕਦੀ ਵੀ ਨਹੀਂ ਜਾਣਗੇ, 2 ਉਸੇ ਸਮਾਜਵਾਦੀ ਮੁਲਾਇਮ ਸਿੰਘ ਦੇ ਬੰਦੇ ਆ MLA ਆ, ਇਸ ਲਈ ਹਲੇ ਪੂਰੀ ਬਣੀ ਨਹੀਂ ਹੈਗੀ। ਪਰ ਇਹ ਬਹੁਤ ਮਾੜੀ ਗੱਲ ਹੈ ਕਿ ਜਿੱਥੇ ਜਿੱਥੇ ਵੀ ਹਲੇ SSP ਦਾ ਇੱਕ ਆ, RSP ਦਾ ਇੱਕ ਆ, JSS ਦਾ ਇੱਕ ਆ, CPIM ਦਾ ਇੱਕ ਆ, ਉਹਨੇ ਨਹੀਂ ਜਾਣਾ ਹੈਗਾ। MNS ਜਿਹੜੀ ਆ ਰਾਜ ਠਾਕਰੇ ਉਹਦਾ ਇੱਕ ਆ, ਉਹ ਜਾ ਸਕਦੇ ਆ। ਹਲੇ ਉਹਨਾਂ ਕੋਲ ਫਲੋਰ ਤੇ ਮੈਜੋਰਟੀ ਸਿੱਧ ਕਰਦੇ ਨਹੀਂ ਹੈਗੀ, ਪਰ ਉਹ ਬਹੁਤ ਵੱਡੀ ਪੱਧਰ ਤੇ ਜਿਹੜੀ ਆ ਉਹ ਖਰੀਦੋ ਫਰੋਖਤ ਕਰ ਰਹੇ ਆ। ਇਹ ਜਿਹੜੇ ਆਪਣੇ ਏਕਨਾਥ ਸ਼ਿੰਦੇ ਦੇ ਗਰੁੱਪ ਦੇ ਬੰਦੇ 38 ਉੱਥੇ ਬੈਠੇ ਆ ਗੁਹਾਟੀ ਦੇ ਵਿੱਚ, ਉਹ ਕਹਿੰਦੇ ਅਸੀਂ ਆਉਣ ਨੂੰ ਤਿਆਰ ਆ, ਪਰ ਉਹ ਆਉਣ ਨੂੰ ਤਿਆਰ ਨਹੀਂ। ਅੱਜ ਜਿਹੜੇ ਆ ਉਧਵ ਠਾਕਰੇ ਦੇ MLA ਜਿੰਨੇ 20 ਆ ਉਹ ਉੱਥੇ ਹੋਟਲ ਬੁੱਕ ਕਰਾ ਕੇ ਉੱਥੇ ਜਾ ਕੇ ਮੀਟਿੰਗ ਕਰਨ ਨੂੰ ਤਿਆਰ ਆ ਵੀ ਸਾਨੂੰ ਕੀ ਚਾਹੀਦਾ, ਕੀ ਕਰਨਾ ਨਹੀਂ ਚਾਹੀਦਾ। ਪਰ ਜਿਹੜੇ BJP ਵਾਲਿਆਂ ਕੋਲ ਇੰਨਾ ਪੈਸਾ ਆ, ਉਹਨਾਂ ਨੇ ਜਿਹੜੇ ਬੜੇ ਉਹਨਾਂ ਕੋਲ ਕਾਰਪੋਰੇਟ ਘਰਾਣੇ ਆ, ਉਹਨੇ ਪੈਸਾ ਇੰਨਾ ਛੱਡ ਦੇਣਾ ਆ, ਉਹਨਾਂ ਕੋਲ ਅਫਸਰ ਆ, ਉਹਨਾਂ ਕੋਲ ਬਿਊਰੋਕ੍ਰੇਸੀ ਆ, ਉਹਨਾਂ ਕੋਲ ਹਰ ਕੁਝ, ਉਹਨੇ ਹਰ ਹੀਲਾ ਵਰਤਣਾ
ਜਾਣੀ ਅੱਜ ਦੀ ਸਥਿਤੀ ਵਿੱਚ ਹਲੇ ਬੀਜੇਪੀ ਕੋਲ ਜਿਹੜਾ ਫਲੋਰ ਜਿਹੜੇ ਸਿੱਧ ਕਰਨ ਦੇ ਲਈ ਹਲੇ ਪੂਰੇ ਐਮਐਲਏ ਨਹੀਂ ਹੋਏ। ਜਿੱਦਣ ਹੋ ਗਿਆ ਉਹਨੇ ਉਸ ਦੂਸਰੇ ਦਿਨ ਹੀ ਫਲੋਰ ਤੇ ਗਵਰਨਰ ਨੂੰ ਲੈਟਰ ਦੇ ਕੇ ਸਿੱਧ ਕਰ ਦੇਣਾ। ਤੀਸਰੀ ਗੱਲ ਜਿਹੜੀ ਆ ਕਿ ਜਿਹੜਾ ਉਧਵ ਠਾਕਰੇ ਉਹ ਸੁਪਰੀਮ ਕੋਰਟ ਵਿੱਚ ਚਲੇ ਗਿਆ। ਹਲੇ ਉਹ ਸੁਪਰੀਮ ਕੋਰਟ ਵਿੱਚ ਸੁਪਰੀਮ ਕੋਰਟ ਵਿੱਚ ਜਾ ਕੇ ਗੱਲ ਨੂੰ ਲਿੰਗਰ ਔਨ ਕਰਕੇ ਆਪਣੀ ਮੈਜੋਰਟੀ ਸਿੱਧ ਕਰਨਾ ਚਾਹੁੰਦੇ ਆ। ਲੇਕਿਨ ਬੀਜੇਪੀ ਨੇ ਪਹਿਲਾਂ ਤੁਸੀਂ ਦੇਖੋ ਵੀ ਗੁਜਰਾਤ ਵਿੱਚ ਉਹਨਾਂ ਨੇ ਬੰਦੇ ਖਰੀਦੇ, ਮੱਧ ਪ੍ਰਦੇਸ਼ ਵਿੱਚ ਖਰੀਦੇ, ਰਾਜਸਥਾਨ ਵਿੱਚ ਕੋਸ਼ਿਸ਼ ਕਰ ਰਹੇ ਉਹਨੇ ਬੰਦੇ ਖਰੀਦੇ। ਹਰ ਸਟੇਟ ਦੇ ਵਿੱਚ ਉਹ ਬੰਦੇ ਖਰੀਦ ਕੇ ਕੋਸ਼ਿਸ਼ ਕਰ ਰਿਹਾ ਕਿ ਬੰਦੇ ਖਰੀਦ ਕੇ ਅਸੀਂ ਆਪਣੀ ਮੈਜੋਰਟੀ ਨੂੰ ਸਿੱਧ ਕਰੀਏ। ਹੁਣ ਤੁਸੀਂ ਪੰਜਾਬ ਦੇ ਨਾਲ ਜਿਹੜਾ ਆਪਣਾ ਕੇਵਲ ਸਿੰਘ ਢਿੱਲੋਂ ਸੀ, ਜਿਹੜਾ ਹੁਣ ਬੀਜੇਪੀ ਦਾ ਕੈਂਡੀਡੇਟ ਸੰਗਰੂਰ ਤੋਂ ਸੀਗਾ, ਜਿਹੜੇ ਤਕੜੇ ਤਕੜੇ ਬੰਦੇ ਖਰੀਦ ਕੇ ਉਹ ਆਪਣਾ ਫਾਇਦੇ ਦੇ ਕੇ ਉਹ ਲਾਲਚ ਦੇ ਕੇ ਲੈ ਜਾਂਦੇ ਆਪਣੇ ਨਾਲ। ਇਸੇ ਤਰ੍ਹਾਂ ਹੀ ਉਹਨੇ ਮਹਾਰਾਸ਼ਟਰ ਦੇ ਅੰਦਰ ਪੂਰੀ ਕੋਸ਼ਿਸ਼ ਕਰਨੀ ਆ ਕਿ ਅਸੀਂ ਬੰਦੇ ਖਰੀਦ ਕੇ ਅਸੀਂ ਸਰਕਾਰ ਬਣਾਈਏ। ਪਰ ਮਹਾਰਾਸ਼ਟਰ ਜਿਹੜਾ ਬੰਬੇ ਆ, ਜਿਹਨੂੰ ਬੰਬਈ ਆਪਾਂ ਕਹਿੰਦੇ ਆ, ਉਹ ਭਾਰਤੀ ਆਰਥਿਕ ਰਾਜਧਾਨੀ ਆ। ਉੱਥੇ ਪਤਾ ਹੀ ਨਹੀਂ ਕਿੰਨਾ ਕੁ ਲੋਕਾਂ ਕੋਲ ਅਰਬਾਂ ਖਰਬਾਂ ਰੁਪਇਆ ਪਿਆ ਹੈਗਾ ਕਿ ਉੱਥੇ ਦੀ ਸਥਿਤੀ ਨੂੰ ਸਮਝਣਾ ਬਹੁਤ ਔਖਾ। ਤੇ ਜਿਹੜੀ ਦੂਸਰੀ ਉੱਥੇ ਸ਼ਰਦ ਪਵਾਰ ਆ, ਉੱਥੇ ਸ਼ੂਗਰ ਲੌਬੀ ਦਾ ਸਭ ਤੋਂ ਵੱਡਾ ਉਹ ਲੀਡਰ ਆ, ਜਿਨ੍ਹਾਂ ਕੋਲ ਅਰਬਾਂ ਖਰਬਾਂ ਰੁਪਇਆ ਆ। ਇਸ ਲਈ ਉਹਨੇ ਜਿਹੜਾ ਸ਼ਰਦ ਪਵਾਰ ਬਹੁਤ ਵੱਡਾ ਇੱਕ ਘਲਾਟੀਆ ਹੈਗਾ। ਏਡੀ ਜਲਦੀ ਸਰਕਾਰ ਉਹਨੇ ਸਿੱਟਣ ਵੀ ਨਹੀਂ ਦੇਣੀ। ਪਰ ਬੀਜੇਪੀ ਦਾ ਜ਼ੋਰ ਲੱਗਾ, ਹੁਣ ਬਹੁਤ ਵੱਡੇ ਲੈਵਲ ਤੇ ਜ਼ੋਰ ਲੱਗਾ। ਪਰ ਇਹ ਜਿਹੜੀ ਮੋਰਲ ਗਰਾਊਂਡ ਤੇ ਆਪਾਂ ਦੇਖੀਏ, ਜੇ ਦੁਨੀਆ ਕੀ ਕਹਿੰਦੀ ਆ, ਤੇ ਇਹ ਸਰਾਸਰ ਗਲਤ ਹੈ ਕਿ ਕਿਸੇ ਵੀ ਮੋਰਲ ਗਰਾਊਂਡ ਤੇ ਜਿੱਤੀ ਹੋਈ ਸਰਕਾਰ ਨੂੰ, ਜਿਹਦੇ ਕੋਈ ਐਮਐਲਏ ਹੋਣ ਉਹਨੂੰ ਸਿੱਟਣਾ ਨਹੀਂ ਚਾਹੀਦਾ। ਦੂਸਰੇ ਪਾਸੇ ਜਿਹੜਾ ਫਤਵਾ ਆ, ਲੋਕਾਂ ਨੇ ਬੀਜੇਪੀ ਦੇ ਵਿਰੁੱਧ ਦਿੱਤਾ, ਅੱਜ ਉਹ ਐਮਐਲਏ ਬੀਜੇਪੀ ਦੇ ਪੱਖ 'ਚ ਖੜਨਗੇ, ਬੀਜੇਪੀ ਵਿਰੁੱਧ ਜਿੱਤਿਆ, ਇਹ ਸਰਾਸਰ ਗਲਤ ਆ। ਤੇ ਅੱਜ ਦੀ ਸਥਿਤੀ ਦੇਖ ਜਿਹੜੀ ਬੀਜੇਪੀ ਆ, ਭਾਰਤ ਨੂੰ ਇੰਨਾ ਕਮਜ਼ੋਰ ਕਰ ਦੂਗੀ ਕਿ ਜਿੰਨਾ ਇਹ ਦੇਸ਼ ਦੇ ਅਸੀਂ ਕਹਿੰਦੇ ਮੁਗਲਾਂ ਲੁੱਟਿਆ, ਦੇਸ਼ ਦੇ ਹੋਰ ਧਾੜਵੀਆਂ ਬਾਹਰੋਂ ਆਏ ਧਾੜਵੀਆਂ ਲੁੱਟਿਆ, ਅੱਜ ਬੀਜੇਪੀ ਏਡੇ ਵੱਡੇ ਪੱਧਰ ਤੇ ਲੁੱਟ ਰਹੀ ਆ ਕਿ ਜਿਹੜੇ ਪਿਛਲੇ ਜਿਨ੍ਹਾਂ ਨੇ ਇੰਡੀਆ ਨੂੰ ਚਾਹੇ ਗੋਰਿਆਂ ਲੁੱਟਿਆ ਹੋਵੇ, ਚਾਹੇ ਮੁਗਲਾਂ ਲੁੱਟਿਆ ਹੋਵੇ, ਚਾਹੇ ਚੰਗੇਜ਼ ਖਾਨ ਲੁੱਟਿਆ ਹੋਵੇ, ਚਾਹੇ ਹੋਰ ਧਾੜਵੀਆਂ ਲੁੱਟਿਆ ਹੋਵੇ, ਉਹਨਾਂ ਸਾਰਿਆਂ ਨੂੰ ਪਿੱਛੇ ਛੱਡ ਗਈ। ਤੁਸੀਂ ਦੇਖੋ ਵੀ ਬੀਜੇਪੀ ਨੇ 에ਅਰਲਾਈਨ ਵੇਚਤੀ ਆ, ਰੇਲਵੇ ਵੇਚਤੀ, ਹਰ ਵੇਚ ਕੇ ਉਹ ਪੈਸੇ ਹੁਣ ਆਪਣੇ ਆਪ ਨੂੰ ਲੰਬਾ ਸਮਾਂ ਸਰਕਾਰ ਬਣਾਉਣ ਲਈ ਖਰਚਣਗੇ। ਗਲਤ ਹੌਕ ਐਂਡ ਕਰੌਕ, ਜਿੱਦਾਂ ਵੀ ਜ਼ੋਰ ਲੱਗੇ ਉਹਨੇ ਕੋਸ਼ਿਸ਼ ਕਰਨੀ ਹੈ ਕਿ ਅਸੀਂ ਆਪਣੀ ਸਰਕਾਰ ਨੂੰ ਆਉਣ ਵਾਲੀ ਜਿਹੜੀ 24 ਦੀ ਹੁਣ ਦਾ ਨਹੀਂ ਦੇਖਦੇ ਹੈਗੇ, ਆਹ ਜਿਹੜੀ ਮਹਾਰਾਸ਼ਟਰ ਦਾ ਨਹੀਂ ਦੇਖਦੇ ਹੈਗੇ, ਉਹ ਰਾਸ਼ਟਰਪਤੀ ਦਾ ਇਲੈਕਸ਼ਨ ਦੇਖਦੇ ਆ ਕਿ ਰਾਸ਼ਟਰਪਤੀ ਦਾ ਇਲੈਕਸ਼ਨ ਇੱਕ ਪਾਸੇ ਤਾਂ ਉਹਨੇ ਮੁਰਮੂ ਖੜੀ ਕੀਤੀ ਆ ਜਿਹੜੀ ਆਦੀਵਾਸੀ ਆ, ਦੂਸਰੇ ਪਾਸੇ ਜਸਵੰਤ ਸਿਨਹਾ ਖੜਾ ਆ ਜਿਹੜਾ ਕਿ ਬੜਾ ਸਟਰੋਂਗ ਕੈਂਡੀਡੇਟ ਆ, ਨੈਕ ਟੂ ਨੈਕ ਫਾਈਟ ਆ। ਅਗਰ ਇਹ ਜਿਹੜੇ ਬੰਦੇ ਖਰੀਦੋ ਫਰੋਖਤ ਕਰਕੇ ਇਹ ਰਾਸ਼ਟਰਪਤੀ ਦੀ ਐਮਐਲਏ ਨੂੰ ਰਾਸ਼ਟਰਪਤੀ ਦੀ ਇਲੈਕਸ਼ਨ ਨੂੰ ਇਹ ਕਾਮਯਾਬ ਬਣਾਉਣਾ ਚਾਹੁੰਦੇ ਆ, ਅਗਰ ਇਹ ਇਦਾਂ ਨਹੀਂ ਕਰਦੇ ਤਾਂ ਹੋ ਸਕਦਾ ਜੇ ਸਾਰੀਆਂ ਵਿਰੋਧੀ ਪਾਰਟੀਆਂ ਇਕੱਠੀਆਂ ਹੋ ਜਾਣ ਤਾਂ ਜਿਹੜੀ ਇਹਨਾਂ ਦੀ ਮੁਰਮੂ ਕੈਂਡੀਡੇਟ ਹੈ ਪ੍ਰੈਜ਼ੀਡੈਂਟ ਦੀ, ਉਹ ਵੀ ਹਾਰ ਸਕਦੀ ਆ। ਇਹ ਇੱਥੇ ਨਹੀਂ, ਹੋਰ ਪਾਰਟੀਆਂ ਹੋਰ ਸਟੇਟਾਂ ਵਿੱਚ ਵੀ ਬਹੁਤ ਵੱਡਾ ਡਰਾਮਾ ਕਰਨਗੇ। ਅੱਜ ਲੋਕਾਂ ਨੂੰ ਲੋੜ ਹੈ ਕਿ ਜਿਹੜੇ ਲੋਕ ਚੁਣੇ ਹੋਏ ਆ, ਉਹ ਜਿਹੜੀ ਐਸੀ ਪਾਰਟੀ ਆ, ਉਹ ਏਕਨਾਥ ਸ਼ਿੰਦੇ ਨੇ ਇਹ ਕਹਿੰਦਾ ਕਿ ਅਸੀਂ ਇਸ ਲਈ ਉਹਦੇ ਨਾਲ ਵੱਖ ਹੋਏ ਆ ਕਿ ਅਸੀਂ ਹਿੰਦੂਤਵ ਨੂੰ ਜਿੰਦਾ ਰੱਖਣਾ। ਇੱਕ ਪਾਸੇ ਹਿੰਦੂਤਵ ਦੇ ਸ਼ਰੇਆਮ ਨਾਰੇ ਲੱਗ ਰਹੇ ਆ, ਜੇ ਦੂਸਰੇ ਪਾਸੇ ਕੋਈ ਕਹਿੰਦਾ ਅਸੀਂ ਸਿੱਖ ਸਥਾਨ ਬਣਾਉਣਾ ਜਾਂ ਅਸੀਂ ਮੁਸਲਿਮ ਸਥਾਨ, ਉਹਨਾਂ ਨੂੰ ਅੱਤਵਾਦੀ ਕਹਿੰਦੇ ਆ। ਇਹ ਸਰਾਸਰ ਗੱਲ ਗਲਤ ਆ। ਇੱਕ ਪਾਸੇ ਸ਼ਰੇਆਮ ਕਹਿੰਦੇ ਕਿ ਅਸੀਂ ਹਿੰਦੂਤਵ ਨੂੰ ਲਾਈਵ ਰੱਖਣਾ ਹੈਗਾ, ਅਸੀਂ ਸਟਰੋਂਗ ਬਣਾਉਣਾ ਹੈਗਾ, ਜਦ ਕਿ ਭਾਰਤ ਦਾ ਜਿਹੜਾ ਸੰਵਿਧਾਨ ਹੈ ਉਹ ਸੈਕੂਲਰ ਦੇਸ਼ ਦੀ ਗੱਲ ਕਰਦਾ, ਉਹ ਧਨ ਨਿਰਪੱਖ ਦੀ ਗੱਲ ਕਰਦਾ। ਤਾਂ ਰਾਮਿਆਲ ਜੀ, ਇਹ ਬੜਾ ਔਖਾ ਹਲੇ ਇਹ ਜਿਹੜਾ ਇੰਗਜ਼ਾਮ ਆ, ਇਹ 'ਚ ਸ਼ਾਇਦ ਬੀਜੇਪੀ ਪਾਸ ਨਾ ਹੋਵੇ, ਕਿਉਂਕਿ ਇੰਨਾ ਸਾਨੂੰ ਸਟਰੋਂਗ ਹੋਣਾ ਚਾਹੀਦਾ ਜਿੱਦਾਂ ਮਮਤਾ ਬੈਨਰਜੀ ਜੁੱਤੀਆਂ ਮਾਰੀਆਂ ਬੰਗਾਲ ਦੇ ਅੰਦਰ, ਏਦਾਂ ਹੀ ਨਾਲੇ ਹਰ ਸਟੇਟ ਜੁੱਤੀਆਂ ਪੈਣੀਆਂ ਚਾਹੀਦੀਆਂ। ਮੈਂ ਸਰਪੰਚ ਸਾਹਿਬ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਆਪਣੇ ਬੜਾ ਵਧੀਆ ਵਿਚਾਰਾਂ ਸਿਰ ਦੱਸਿਆ ਕਿ ਕਿਸ ਤਰ੍ਹਾਂ ਕੀਤੀ। ਹੁਣ ਤੱਕ ਬੀਜੇਪੀ ਨੇ 3 ਤੋਂ 4 ਸਟੇਟਾਂ ਦੇ ਵਿੱਚ, 3 ਤੋਂ 4 ਸੂਬਿਆਂ ਦੇ ਵਿੱਚ ਸਰਕਾਰਾਂ ਨੂੰ ਇਸ ਤਰ੍ਹਾਂ ਪਲਟਾ ਦੇ ਚੁੱਕੇ ਇਹ। ਲੇਕਿਨ ਜਿਹੜਾ ਇਹ ਲੋਕਤੰਤਰ ਤੇ ਇੱਕ ਧੱਬਾ ਲੋਕਤੰਤਰ ਦੇ ਡਾਕਾ, ਮੈਂ ਕਹਿ ਦਵਾਂ ਇਹ ਲੋਕਤੰਤਰ ਤੇ ਇੱਕ ਡਾਕਾ। ਆਪਾਂ ਆਪਣਾ ਪ੍ਰਧਾਨ ਮੰਤਰੀ ਜਾਂਦਾ ਬਾਹਰਲੇ ਦੇਸ਼ਾਂ 'ਚ, ਉਹ ਜਾ ਕੇ ਇਹ ਗੱਲ ਕਹਿੰਦਾ ਕਿ ਕੱਲਾ ਭਾਰਤ ਆ ਜੋ ਲੋਕਤੰਤਰ ਦਾ ਸਭ ਤੋਂ ਵੱਡਾ ਮਦਈ ਆ, ਲੋਕਤੰਤਰ ਦੇ ਸਭ ਤੋਂ ਵੱਡਾ ਹਾਮੀ ਭਰਦਾ, ਉਹਦੇ ਨਾਲ ਖੜਾ ਲੋਕਤੰਤਰ ਸਾਡੇ ਵਿੱਚ ਸਭ ਤੋਂ ਜ਼ਿਆਦਾ। ਲੇਕਿਨ ਇਹ ਲੋਕਤੰਤਰ ਕਿੱਧਰ ਦਾ ਹੋ ਗਿਆ ਕਿ ਤੁਹਾਨੂੰ ਹਰਾਇਆ ਅਗਲਿਆਂ ਨੇ, ਤੁਸੀਂ ਮੁੜ ਕੇ ਖਰੀਦੋ ਫਰੋਖਤ ਕਰਕੇ, ਡਰਾ ਕੇ, ਧਮਕਾ ਕੇ
ਉਹ ਸਰਕਾਰਾਂ ਦੇਖ ਕੇ ਆਪਣੀ ਸਰਕਾਰ ਬਣਾ ਲੈਂਦੇ। ਕਾਲੇ ਭਾਈ ਲੋਕਤੰਤਰ ਨਾਲ ਇੱਕ ਮਜ਼ਾਕ ਨਹੀਂ। ਜੀ ਬਲਹਾਰ ਜੀ, ਇਹ ਲੋਕਤੰਤਰ ਦਾ ਮਜ਼ਾਕ ਤਾਂ ਵੀ ਹੈ, ਪਰ ਜਿਹੜਾ ਜਦੋਂ ਕਿਸੇ ਨੂੰ, ਕਿਉਂਕਿ ਇਹ ਸਾਰਾ ਜਿਹੜਾ ਇਹ ਦੁਖਦਾਈ ਘਟਨਾ ਵਾਪਰਦੀ ਆ, ਇਹਦਾ ਮੇਨ ਕਾਰਨ ਹੈ ਕਰਪਸ਼ਨ। ਸਾਰੇ ਲੋਕ ਕਰਦੇ ਆ, ਤੇ ਜਿਹਦੀ ਸਰਕਾਰ ਹੁੰਦੀ ਆ ਉਹ ਕਰਪਸ਼ਨ ਕੀਤੀ ਹੁੰਦੀ ਆ, ਉਹ ਫੇਰ ਈਡੀ ਨੂੰ ਮਗਰ ਲਾ ਦਿੰਦੀ ਆ, CBI ਨੂੰ ਮਗਰ ਲਾ ਕੇ ਡਰਾ ਧਮਕਾ ਕੇ ਉਹਨੂੰ ਪੱਟਿਆ ਜਾਂਦਾ, ਪੱਟ ਕੇ ਉਹਨੂੰ ਖਰੀਦਿਆ ਜਾਂਦਾ। ਜੇ ਨਹੀਂ ਉਹਦਾ ਪੱਟ ਹੁੰਦਾ ਫਿਰ ਉਹਨੂੰ ਖਰੀਦਿਆ ਜਾਂਦਾ। ਕਿਸੇ ਵੀ ਹੱਥ ਕੰਡੇ ਤੋਂ ਜਿਹੜਾ ਵੀ ਉਹਨਾਂ ਦਾ ਵਰਤ ਹੁੰਦਾ ਉਹਨੂੰ ਵਰਤ ਕੇ ਉਹ ਸਰਕਾਰਾਂ ਡਿੱਗਣ ਦੀ ਕੋਸ਼ਿਸ਼ ਕਰਦੇ ਆ। ਇਹਦਾ ਕਾਰਨ ਹੈ ਕਿ ਜੇ ਇਮਾਨਦਾਰ MPs MLA ਬਣੇ ਹੋਣ ਤੇ ਉਹਨਾਂ ਨੂੰ ਫਿਰ ਕਿਸੇ ਮੋਦੀ ਦਾ ਜਾਂ ਕਿਸੇ ਹੋਰ ਸਰਕਾਰ ਦਾ ਕੋਈ ਡਰ ਨਹੀਂ ਹੁੰਦਾ। ਗੱਲ ਕਰਕੇ ਵੀ ਜਦੋਂ ਬੰਦਾ ਕਾਣਾ ਹੁੰਦਾ ਉਦੋਂ ਫਿਰ ਬੰਦੇ ਲੋਕ ਮਾਰ ਖਾਂਦੇ ਆ। ਪਰ ਵੈਸੇ ਜਿਹੜੀ ਪਾਰਟੀ ਤੋਂ ਕੋਈ ਵੀ ਉਮੀਦਵਾਰ ਜਿੱਤਿਆ ਹੁੰਦਾ, ਉਹ ਬਣਿਆ ਹੁੰਦਾ, ਉਹਨੂੰ ਲੋਕਾਂ ਦੀ ਲਾਜ ਰੱਖਣੀ ਚਾਹੀਦੀ ਆ। ਉਹ ਭਾਵੇਂ ਉਹਨਾਂ ਨੂੰ ਜਿੰਨੀਆਂ ਮਰਜ਼ੀ ਤੰਗੀਆਂ ਆ ਜਾਣ, ਜੋ ਮਰਜ਼ੀ ਆ ਜਾਣ, ਉਹ ਫਿਰ ਵੀ ਉਦੋਂ ਵੀ ਸਟਰੋਂਗ ਹੋ ਕੇ ਲੋਕਾਂ ਦੇ ਵਿੱਚ ਵਿਚਰੂਗਾ, ਲੋਕਾਂ ਦੇ ਮੈਦਾਨ ਦੇ ਵਿੱਚ ਨਿਤਰੂਗਾ। ਪਰ ਇਹਨਾਂ ਨੂੰ ਹਥਿਆਰ ਨਹੀਂ ਸੱਟਣੇ ਚਾਹੀਦੇ। ਜਿੰਨੇ ਵੀ ਇਹ ਹੈਗੇ ਨੇ ਉਹਨਾਂ ਨੂੰ ਡਰਾ ਰਿਹਾ, ਉਹਨਾਂ ਨੂੰ ਇੱਕ ਤਕੜੇ ਹੋ ਕੇ ਗੌਰਮੈਂਟ ਦਾ ਮੁਕਾਬਲਾ ਕਰਨਾ ਚਾਹੀਦਾ। ਕੋਈ ਨਹੀਂ ਉੱਤੇ ਬੰਬ ਡਿੱਗਣ ਲੱਗਾ, ਮੋਦੀ ਕੀ ਬੰਬ ਚਲਾ ਦੂਗਾ। ਜੇ ਉਹ ਆਕੜ ਜਾਣਗੇ ਮੂਹਰੇ ਤੇ ਉਹਨਾਂ ਬੰਦਿਆਂ ਦਾ ਵੀ ਜਿਹੜਾ ਸਟੈਂਡ ਕੋਈ ਬਣ ਜਾਂਦਾ, ਕੋਈ ਲੋਕਾਂ ਦੇ ਵਿੱਚ ਉਹਨਾਂ ਦਾ ਸਤਿਕਾਰ ਬਣ ਜਾਂਦਾ। ਕਿਉਂਕਿ ਆਮ ਹੀ ਹੁੰਦਾ ਹੈ ਦਲ ਬਦਲ ਨੂੰ। ਐਤਕੀ ਦੀਆਂ ਜਦੋਂ ਇਲੈਕਸ਼ਨਾਂ ਹੋਈਆਂ ਤੁਸੀਂ ਦੇਖਿਆ ਵੀ ਕਿਵੇਂ ਦਲ ਬਦਲ ਕੇ ਲੋਕੀ ਰਾਤੋਂ ਰਾਤ ਭੱਜੇ ਇੱਕ ਦੂਜੇ ਵੱਲ। ਪਰ ਇਹਨਾਂ ਲੋਕਾਂ ਦਾ ਕੋਈ ਧਰਮ ਨਹੀਂ ਹੁੰਦਾ ਬਲਿਹਾਰ ਜੀ। ਮੈਂ ਰਿਣੀਆਂ ਤੇ ਤੁਹਾਡਾ ਕਾਲੇਪਾ ਬਾੜਾ ਸਾਹਿਬ, ਜਿਸ ਤਰ੍ਹਾਂ BJP ਤੇ ਸ਼ਿਵ ਸੈਨਾ ਕਿੰਨੇ ਸਾਲ, ਜਿੱਦਾਂ ਪੰਜਾਬ ਵਿੱਚ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਨੇ ਰਲ ਕੇ ਇੰਨਾ ਚਿਰ ਇਲੈਕਸ਼ਨ ਲੜੀਆਂ, ਸਰਕਾਰਾਂ ਵੀ ਬਣਾਈਆਂ, ਇਸੇ ਤਰ੍ਹਾਂ ਇਦੋਂ ਵੀ ਅਕਾਲੀ ਦਲ ਨੂੰ ਪਹਿਲਾਂ ਸ਼ਿਵ ਸੈਨਾ ਤੇ BJP ਮਹਾਰਾਸ਼ਟਰ 'ਚ ਰਲ ਕੇ ਇਲੈਕਸ਼ਨ ਲੜਦੀ ਸੀ। ਲੇਕਿਨ ਜਦੋਂ ਇਹਨਾਂ ਦੀ ਸਰਕਾਰ ਬਣੀ, ਕਿਉਂਕਿ ਉੱਥੇ ਪਹਿਲਾਂ ਤੋਂ ਕਾਂਗਰਸ ਦਾ ਦਬਦਬਾ ਰਿਹਾ, ਜਦੋਂ ਇਹਨਾਂ ਦੀ ਸਰਕਾਰ ਬਣੀ ਤੇ ਬਾਲ ਠਾਕਰੇ ਤੋਂ ਬਾਅਦ ਸਭ ਤੋਂ ਪਹਿਲਾਂ ਇਹਨਾਂ ਨੇ ਉਹ ਦੋਨਾਂ ਭਰਾਵਾਂ ਨੂੰ, ਪਰਿਵਾਰ ਨੂੰ ਲੜਾਇਆ, ਦੋਨਾਂ ਭਰਾਵਾਂ ਨੂੰ ਜੁਦੇ ਘਿਰਿਆ, ਦੋਨਾਂ ਭਰਾਵਾਂ ਦੀਆਂ ਪਾਰਟੀਆਂ ਵੱਖਰੀਆਂ ਬਣਾਤੀਆਂ। ਇੱਕ ਦੀ ਸ਼ਿਵ ਸੈਨਾ ਬਣ ਗਈ, ਇੱਕ ਦੀ ਕੋਈ ਹੋਰ ਜਿਹੜੀ ਸਰਪੰਚ ਨੇ ਦੱਸੀ ਉਹ ਬਣ ਗਈ, ਛੋਟੇ ਦੀ ਰਾਜ ਠਾਕਰੇ ਦੀ। ਲੇਕਿਨ ਜਿਹੜਾ ਮੈਂ ਤੁਹਾਨੂੰ ਸਵਾਲ ਪੁੱਛਣ ਲੱਗਾ ਉਹ ਬਾੜਾ ਸਾਹਿਬ, ਉਹ ਇਹ ਆ ਕਿ ਭਾਰਤ ਦੀ ਰਾਜਨੀਤੀ ਵਿੱਚ, ਭਾਰਤ ਦੀ, ਇਕੱਲੇ ਮਹਾਰਾਸ਼ਟਰ ਦੀ ਨਹੀਂ, ਭਾਰਤ ਦੀ ਰਾਜਨੀਤੀ ਵਿੱਚ ਸ਼ਰਦ ਪਵਾਰ ਨੂੰ ਇੱਕ ਇਹੋ ਜਿਹਾ ਘਲਾਟੀਆ ਮੰਨਿਆ ਜਾਂਦਾ ਕਿ ਉਹ ਜੋੜ ਤੋੜ ਕਰਨ ਵਿੱਚ ਬੜਾ ਮਾਹਰ ਆ। ਜੇ ਉਹਨੂੰ ਰਾਤੋਂ ਰਾਤ ਚਾਹਵੇ ਕਿ ਮੈਂ 2 MLA ਨਾਲ ਸਰਕਾਰ ਬਚਾ ਸਕਦਾ ਤੇ ਉਹ ਜਿੱਥੋਂ ਮਰਜ਼ੀ ਲੈ ਆਵੇ ਉਹ ਬਚਾ ਸਕਦਾ। ਕੀ ਐਤਕੀ ਉਹ ਕਾਮਯਾਬ ਹੋਵੇਗਾ ਇਸ ਜੋੜ ਤੋੜ ਵਿੱਚ ਮਾਹਰੀ ਕਰਨ ਵਿੱਚ ਜਾਂ ਨਹੀਂ ਹੋਵੇਗਾ ਬਾੜਾ ਸਾਹਿਬ? ਦੇਖੋ, ਜਿਹੜੀ ਗੱਲ ਆਪਾਂ ਸਾਰੇ ਇੰਡੀਆ ਦੇ ਭਾਰਤ ਦੀ ਕਰਦੇ ਆ, ਭਾਰਤ ਦੇ ਵਿੱਚ ਜਿਹੜੀ ਭ੍ਰਿਸ਼ਟਾਚਾਰ, ਜਿਹੜੀ ਕਰਪਸ਼ਨ ਆ, ਜਿਹੜੀ ਆਪਾਂ ਖਰੀਦ ਦਾ ਜਿਹੜਾ ਕੰਮ ਹੈਗਾ, ਜਾਂ ਡਰਾ ਕੇ ਜਾਂ ਧਮਕਾ ਕੇ, ਉਹ ਸਿਰਫ ਪੈਸੇ ਦੇ ਜ਼ੋਰ ਤੇ ਚੱਲ ਰਿਹਾ ਆ। ਕਿਉਂਕਿ BJP ਦੇ ਮਗਰ ਜਿਹੜੇ ਅਬਾਨੀ ਅਡਾਨੀ ਜਾਨੀ ਜਿਹੜੇ ਵੱਡੀਆਂ ਫਰਮਾਂ ਦੇ ਮਾਲਕ ਨੇ, ਉਹਨਾਂ ਦਾ ਪੈਸਾ ਇਹਦੇ ਪਿੱਛੇ ਹੈਗਾ ਆ। ਕਿਉਂਕਿ ਜਿੱਦਾਂ ਤੁਸੀਂ ਇੱਕ ਦਿਨ ਆਪਾਂ ਆਫ ਦੀ ਏਅਰ ਉਦਾਂ ਬੈਠੇ ਗੱਲ ਕਰ ਰਹੇ ਸੀਗੇ ਵੀ ਆਉਣ ਵਾਲੇ ਸਮੇਂ 'ਚ ਜੇ ਇਹ ਆਪਣੀ ਵਜ਼ਾਰਤ ਬਣਾਏਗਾ ਤਾਂ ਇਹ ਸਿਰਫ ਹੇਰਾ ਫੇਰੀਆਂ ਮਸ਼ੀਨਾਂ ਦੇ ਦੌਰ ਤੇ ਤਾਂ, ਜਾਂ ਇਹ ਏਦਾਂ ਖਰੀਦ ਕੇ ਆਪਾਂ ਇਹ ਬਣਾਏਗਾ। ਸੋ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ 'ਚ ਕੋਈ ਦੋ ਰਾਮਾ ਨਹੀਂ ਕਿ ਇਹਨਾਂ 'ਚ ਦੋ ਫਾੜ ਤੇ ਹੋਏ ਨੇ, RSS ਵਿੱਚ ਵੀ ਦੋ ਫਾੜ ਹੋਏ ਨੇ, ਪਰ ਲੇਕਿਨ ਸ਼ਿਵ ਸੈਨਾ 'ਚ ਹੈ ਨਾ ਜੀ। ਪਰ ਲੇਕਿਨ ਚੀਜ਼ ਇਹ ਆ ਕਿ BJP ਨੇ, ਜਾਨੀ ਮੋਦੀ ਸਰਕਾਰ ਨੇ, ਜਾਨੀ ਕਿਸੇ ਵੀ ਕੋਸਟ ਦੇ ਵਿੱਚ ਇਹ ਤੋੜਨ ਦੇ ਲਈ ਇਹਨਾਂ ਨੇ ਮਤਲਬ ਕਰਨਾ ਹੈਗਾ, ਘਪਲਾ ਕਰਨਾ ਹੈਗਾ ਆ। ਕਿਉਂਕਿ ਪੈਸਾ ਇਹਨਾਂ ਦੇ ਕੋਲ ਆ। ਜਿਸ ਤਰ੍ਹਾਂ ਆਪਾਂ ਸਰਪੰਚ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਸਾਰਾ ਕੁਝ ਇੰਡੀਆ ਦਾ ਵੇਚਤਾ ਆ। ਹੁਣ ਜਿੱਦਾਂ ਆਪਾਂ ਪਹਿਲਾਂ ਪਿਛਲੇ 1-2 ਵੀਕ ਵੀ ਗੱਲ ਕੀਤੀ, ਜਿਹੜੀ ਅਗਨੀਪਥ ਦੀ ਗੱਲ ਹੋਈ ਸੀਗੀ, ਉਹ ਵੀ ਹੁਣ ਮਤਲਬ ਇਹੀ ਆ ਕਿ ਜਿਹੜੀ ਫੌਜ ਆ, ਫੌਜ ਵੀ ਇਹ ਉਹਨਾਂ ਦੇ ਹਿੱਸੇ ਪਾਉਣ ਲੱਗੇ ਆ ਕਿ ਉਹਨਾਂ ਦੇ ਅੰਡਰ ਹੋਵੇ। ਕਿਉਂਕਿ ਜਿਹੜੀ ਚੀਜ਼ ਕੋਈ ਖਰੀਦੀ ਹੁੰਦੀ ਆ ਉਹ ਬਹੁਤੀ ਦੇਰ ਚੱਲਦੀ ਨਹੀਂ ਹੈਗੀ, ਜਿਹੜੀ ਏਦਾਂ ਘਪਲੇ 'ਚ ਖਰੀਦੀ ਹੋਵੇ। ਕਿਉਂਕਿ ਅੱਗੇ
ਜੀ ਦੇਸ਼ ਭਗਤ ਜਿਹੜਾ ਹੋਏ ਨੇ, ਉਹ ਦੇਸ਼ ਭਗਤੀ ਉਹਨਾਂ ਨੇ ਆਪਣੇ ਪਿੰਡੇ ਤੇ ਹਟਾਈ ਆ। ਉਹਨਾਂ ਨੇ ਕਿਸੇ ਰੀਜ਼ਨ ਕਰਕੇ ਤੇ ਦੇਸ਼ ਪਿਆਰ ਕਰਕੇ ਹੈ ਜੀ, ਦੇਸ਼ ਦੀ ਭਗਤੀ ਕਰਕੇ ਸੀਗਾ। ਪਰ ਲੇਕਿਨ ਜੇ ਤੁਸੀਂ ਉਹਨਾਂ ਨੂੰ ਹੁਣ ਖਰੀਦੇ ਤੇ ਉਹਨਾਂ ਨੇ ਗੋਲੀ ਕਿਤੇ ਚੱਲਿਆ ਕਰਨੀ ਹੈ, ਤੇ ਇਹਨਾਂ ਨੇ ਦੌੜਨਾ, ਸ਼ੂ ਲਾ ਕੇ ਵੀ ਦੌੜਨ ਦੀ ਇਹਨੇ ਕੋਸ਼ਿਸ਼ ਕਰਨੀ ਕਿ ਆਪਾਂ ਨੱਠੀਏ। ਸੋ ਮਤਲਬ ਜਿਹੜੀਆਂ ਚੀਜ਼ਾਂ ਇਹ ਹੁਣ ਜਿੱਦਾਂ ਅੱਗੇ ਪਹਿਲਾਂ ਕਾਲੇ 3 ਕਾਨੂੰਨ ਲਿਆਂਦੇ ਸੀ, ਹੁਣ ਇਹ ਲਿਆਂਦਾ ਆ। ਸੋ ਮਤਲਬ ਇਹਨਾਂ ਨੇ 24 ਤੱਕ ਹੱਲੇ ਬਹੁਤ ਕੁਛ ਇਹੋ ਜਿਹਾ ਕਰਨਾ ਕਿ ਜਿਸ ਦੇ ਨਾਲ ਆਉਣ ਵਾਲੇ ਲੋਕਾਂ ਦੇ ਵਿੱਚ ਵੀ, ਆਉਣ ਵਾਲੇ ਪਬਲਿਕ ਦੇ ਨਾਲ ਆਉਣ ਵਾਲੇ ਜਿਹੜੇ MLA MP ਜਾਂ ਛੋਟੀਆਂ ਪਾਰਟੀਆਂ ਦੇ ਆ, ਉਹਨਾਂ ਦੇ ਇਹਨਾਂ ਨੇ ਖਰੀਦ ਕਰਨੀ ਆ। ਕਰਨ ਦੇ ਨਾਲ ਉਹਨਾਂ ਨੇ ਆਪਣੇ ਚ ਕਰਨੀ, ਕਿਉਂਕਿ ਹੁਣ ਪੰਜਾਬ ਦੀ ਆਪਾਂ ਇਲੈਕਸ਼ਨ ਦੇਖੀ ਆ, ਜਿਹੜੇ ਵੀ ਕਾਂਗਰਸ ਤੋਂ ਕਈ ਹੋਰ ਪਾਰਟੀਆਂ ਚੋਂ ਨਿਕਲ ਕੇ ਇੱਧਰ ਗਏ ਸੀਗੇ, ਇਹ ਸਾਰੇ ਉਹਨੇ ਉਸ ਸਾਈਡ ਤੇ ਲੜਾਏ, ਉਸ ਦੇ ਪੱਖ ਤੇ ਲੜਾਏ ਨੇ ਬੀਜੇਪੀ ਨੇ ਆਪਣੇ। ਹਾਂਜੀ, ਸੋ ਮਤਲਬ ਜਿਸ ਤਰ੍ਹਾਂ ਇਹ ਮੈਂਸ਼ਨ ਕਰਕੇ ਗਏ ਨੇ ਕੇਵਲ ਢਿੱਲੋਂ, ਇਹ ਇਧਰੋਂ ਮਤਲਬ ਕਾਂਗਰਸ ਚੋਂ ਗਿਆ ਸੀਗਾ, ਲੇਕਿਨ ਫਿਰ ਵੀ ਉਹਨਾਂ ਨੇ ਮਤਲਬ ਬੀਜੇਪੀ ਨੇ ਲੜਾਇਆ, ਪਰ ਲੇਕਿਨ ਉਹ ਤੀਸਰੇ ਨੰਬਰ ਤੇ ਚੌਥੇ ਨੰਬਰ ਤੇ ਰਹਿ ਗਏ ਨੇ। ਹਾਂਜੀ, ਪਰ ਲੇਕਿਨ ਜਿਹੜੀ ਚੀਜ਼ ਹੁਣ ਇਸ ਤਰ੍ਹਾਂ ਹੋ ਰਹੀ ਹੈ ਨਾ ਜੀ, ਜਿਸ ਤਰ੍ਹਾਂ ਹੁਣ ਕਾਂਗਰਸ ਦੇ ਵਿੱਚ ਬਹੁਤ ਖਲਾਰਾ ਪੈ ਗਿਆ ਆ, ਇੱਥੇ ਪੰਜਾਬ ਦੇ ਵਿੱਚ ਵੀ ਪੈ ਗਿਆ ਤੇ ਬਾਹਰ ਵੀ ਪੈ ਗਿਆ, ਕਿਉਂਕਿ ਜਦੋਂ ਹਾਈ ਕਮਾਂਡ ਹੀ ਮਤਲਬ ਹੈ ਨਹੀਂ, ਹਾਈ ਕਮਾਂਡ ਪੇਸ਼ੀਆਂ ਤੇ ਗਈ ਹੋਆ, ਮਤਲਬ ਉਹਨਾਂ ਦੀਆਂ ਤਰੀਕਾਂ ਪੈ ਰਹੀਆਂ ਨੇ ਮਾਤ ਪੁੱਤ ਦੀਆਂ, ਤੇ ਉਹਨਾਂ ਦੀ ਜਿਹੜੀ ਫਿਰ ਲੋਕ ਕਮਾਂਡ ਕਿੱਥੇ ਰਹੇਗੀ, ਉਹਨਾਂ ਦੀ ਜਿਹੜੀ ਫਿਰ ਉਹਨਾਂ ਨੇ ਕਿਤੇ ਨਾ ਕਿਤੇ ਪਾਰਟੀਆਂ ਨੂੰ, ਕਿਉਂਕਿ ਪਾਰਟੀਆਂ ਦੇ ਵਿੱਚ ਜਿਹੜੇ ਮੈਂਬਰ ਨੇ, ਵਿਧਾਇਕ ਨੇ ਜਾਂ MP ਨੇ, ਉਹਨਾਂ ਨੂੰ ਚੌਧਰ ਆਪਣੀ ਕੁਰਸੀ ਲਈ ਆ, ਉਹ ਕੁਰਸੀ ਲਈ ਆਪਣਾ ਦੀਨ ਮਾਨ ਵੇਚ ਕੇ ਉਹਨਾਂ ਨੇ ਮਤਲਬ ਦੂਸਰੇ ਪਾਸੇ ਜਾਣ ਦੀ ਕੋਸ਼ਿਸ਼ ਕਰਨੀ ਹੈ ਜੀ। ਸੋ ਮਤਲਬ ਇਹ ਚ ਕੋਈ ਦੋ ਰਾਵਾਂ ਨਹੀਂ, ਜਿਸ ਦੀ ਤੁਸੀਂ ਨਾਂ ਲਿਆ ਆ ਉਹ ਕਰੇਗਾ ਜੀ, ਆਪਣੀ ਕੋਸ਼ਿਸ਼ ਤਾਂ ਪੂਰੀ ਕਰੇਗਾ, ਪਰ ਲੇਕਿਨ ਕਿੰਨਾ ਕੁ ਕਾਮਯਾਬ ਹੁੰਦਾ ਇਹ ਆਉਣ ਵਾਲਾ ਸਮਾਂ ਦੱਸੇਗਾ ਜੀ। ਸਰਪੰਚ ਸਾਹਿਬ, ਤੁਹਾਡੇ ਕੋਲੋਂ ਜਾਣਨਾ ਚਾਹਾਂਗਾ ਕਿ ਜਿਸ ਤਰ੍ਹਾਂ ਬੀਜੇਪੀ ਸ਼ਿਵ ਸੈਨਾ ਦੇ ਜਿਹੜੇ MLA ਗੁੱਸੇ ਹੋ ਕੇ ਗਏ ਏਕਨਾਥ ਸ਼ਿੰਦੇ ਦੀ ਅਗਵਾਈ ਥੱਲੇ, ਉਹਨਾਂ ਦੇ ਤੇ ਏਕਨਾਥ ਸ਼ਿੰਦੇ ਦੇ ਆਪਣੇ ਹਲਕਿਆਂ 'ਚ, ਆਪਣੇ ਜਿੱਥੇ ਉਹਨਾਂ ਦੇ ਆਪਣੇ ਏਰੀਏ ਆ, ਉੱਥੇ ਸ਼ਿਵ ਸੈਨਿਕਾਂ ਵੱਲੋਂ ਉਹਨਾਂ ਦੀਆਂ ਫੋਟੋਆਂ ਤੇ ਕਾਲਕ ਮਲੀ ਗਈ, ਸ਼ਰੇਆਮ ਰੋਸ ਮੁਜ਼ਾਹਰੇ ਕੀਤੇ ਗਏ, ਹਜੇ ਵੀ ਹੋ ਰਿਹਾ, ਪ੍ਰਦਰਸ਼ਨ ਹੋ ਰਿਹਾ, ਖੁਦ ਹੋ ਰਿਹਾ ਹਜੇ ਹੁਣ ਤੱਕ। ਕਿ ਇਹ ਕਿਤੇ ਨਾ ਕਿਤੇ ਉਹਨਾਂ ਦੇ ਦਿਲਾਂ ਤੇ ਸੱਟ ਨਹੀਂ ਮਾਰੇਗਾ ਕਿ ਅਗਰ ਅਸੀਂ ਫਿਰ ਵੀ ਨਾ ਮੰਨੇ ਤੇ ਆਉਣ ਵਾਲੀ ਇਲੈਕਸ਼ਨ 'ਚ ਸਾਨੂੰ ਹਾਰ ਦਾ ਮੂੰਹ ਦੇਖਣਾ ਪੈ ਸਕਦਾ? ਦੇਖੋ, ਅੱਜ ਜਿਹੜਾ ਨਾ ਇਹ ਬਹੁਤ ਵਧੀਆ ਗੱਲ ਆ ਕਿ ਲੋਕਾਂ ਨੇ ਉਹਨਾਂ ਦੇ ਏਰੀਏ ਦੇ ਵਿੱਚ ਉਹਨਾਂ ਦੇ ਪੋਸਟਰਾਂ ਤੇ ਕਾਲਕ ਮਲੀ ਆ, ਉਹਨਾਂ ਦੇ ਘਰਾਂ ਤੇ ਵੀ ਮਾੜਾ ਮੋਟਾ ਉਹਨਾਂ ਨੇ ਹਮਲੇ ਕੀਤੇ ਆ। ਲੇਕਿਨ ਇਹ ਬਹੁਤ ਵਧੀਆ ਗੱਲ ਹੈ ਕਿ ਜਿਹੜੇ ਜਿੱਤ ਕੇ ਕਿਤੇ ਜਾਂਦੇ ਆ ਔਰ ਬਦਲਦੇ ਆ, ਉਹਨਾਂ ਨੂੰ ਇਹ ਸਜ਼ਾ ਮਿਲਣੀ ਚਾਹੀਦੀ ਆ। ਔਰ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਉਹਨਾਂ ਨੂੰ ਪੈਸਾ ਦੀਦਾ, ਉਹਨਾਂ ਨੂੰ ਇਹ ਕਹਿੰਦੇ ਵੀ ਅਸੀਂ ਜਿਹੜੀ BJP ਆ ਸਾਨੂੰ ਟਿਕਟਾਂ ਦੇ ਦੇਣੀਆਂ, ਅਸੀਂ MLA ਬਣ ਜਾਣਾ ਆ, ਅਸੀਂ ਗਾਂ ਮਿਨਿਸਟਰ ਵੀ ਬਣ ਜਾਣਾ ਆ। ਅੱਜ ਉਹਨਾਂ ਨੂੰ ਹੋਰ ਸੁਪਨੇ ਦਿਸ ਰਹੇ ਆ, ਲੇਕਿਨ ਅਸਲੀਅਤ ਕੁਛ ਹੋਰ ਹੁੰਦੀ ਆ। ਹੁਣ ਆਪਾਂ ਜਿਹੜਾ ਬਾਰ-ਬਾਰ ਗੱਲ ਚੱਲੀ ਆ, ਸੋਚਿਆ ਨਹੀਂ ਸੀ ਕਿ ਸਿਮਰਜੀਤ ਸਿੰਘ ਮਾਨ ਦੁਬਾਰਾ ਸੰਗਰੂਰ ਚੋਂ ਜਿੱਤ ਜਾਊਗਾ। ਦੇਖੋ, ਦੁਨੀਆ ਜਿਹੜਾ ਸੰਗਰੂਰ ਦੇ ਲੋਕਾਂ ਨੇ ਹਰ ਵਾਰੀ ਇਨਕਲਾਬ ਕੀਤਾ, 2 ਵਾਰੀ ਭਗਵੰਤ ਮਾਨ ਨੂੰ ਜਿਤਾਇਆ, ਉੱਥੋਂ ਉਹਨਾਂ ਨੇ ਰਾਮੂ ਵਾਲੀ ਨੂੰ ਜਿਤਾਇਆ, ਉੱਥੇ ਉਹਨੇ ਕੌਮਨੈਸ ਜਿਤਾਏ ਆ, ਉੱਥੇ ਹਰ ਵਾਰੀ ਕੁਛ ਨਾ ਕੁਛ ਉਹ ਵੱਖਰਾ ਕਰਦੇ ਆ। ਲੇਕਿਨ ਲੋਕ ਜਿਹੜੇ ਮਹਾਰਾਸ਼ਟਰ ਦੇ ਆ ਉੱਥੇ ਪ੍ਰੋਟੈਸਟ ਕਰਦੇ, ਇਹ ਬਹੁਤ ਵਧੀਆ ਗੱਲ ਆ। ਤੇ ਅਗਰ ਉਹਨਾਂ ਨੂੰ ਮੋਰਲ ਗਰਾਊਂਡ ਤੇ ਹੀ ਉਹਨਾਂ ਦੀ ਜ਼ਮੀਰ ਜਿਹੜੀ ਲੋਕਾਂ ਦੀ ਮਰ ਚੁੱਕੀ ਆ, ਜਿਹੜੇ MLA MP ਆ, ਉਹਨਾਂ ਦੀ ਜ਼ਮੀਰ ਨਹੀਂ ਹੈਗੀ, ਉਹਨਾਂ ਦੀ ਜ਼ਮੀਰ ਸਿਰਫ ਪੈਸੇ ਬਦਲੇ ਆ। ਬਾਕੀ ਜਿਹੜੀ ਤੁਸੀਂ ਗੱਲ ਕਿਹਾ ਸੀਗਾ ਕਿ ਬਹੁਤ ਬੜਾ ਘਲਾਟੀਆ ਜਿਹੜਾ ਸ਼ਰਦ ਪਵਾਰ ਆ, ਉਹ ਛੋਟਾ ਘਲਾਟੀਆ ਨਹੀਂ ਹੈਗਾ, ਉਹ ਸਿਆਸਤ ਸਰਕਾਰਾਂ ਬਦਲਦਾ ਔਰ ਸਰਕਾਰਾਂ ਬਣਾਉਂਦਾ ਆ। BJP ਲਈ ਇੰਨਾ ਸੌਖਾ ਰਸਤਾ ਨਹੀਂ ਕਿ ਉਹ ਜਲਦੀ ਆਪਣੀ ਜਿਹੜੀ ਆ ਫਲੋਰ ਤੇ ਆਪਣੀ ਮੈਜੋਰਟੀ ਨੂੰ ਉਹ ਸਿੱਧ ਕਰ ਜਾਵੇ। ਹੱਲੇ ਤਾਂ ਉਹ ਇਹ ਹੌਸਲਾ ਹੀ ਨਹੀਂ ਕਰਦੇ ਕਿ ਅਸੀਂ ਗਵਰਨਰ ਨੂੰ ਦੇ ਕੇ ਅਸੀਂ ਸਰਕਾਰ ਬਣਾਉਣ ਲਈ ਆਪਣੀ ਬਣਾ ਲਈਏ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮਹਾਰਾਸ਼ਟਰ ਦੇ ਲੋਕਾਂ ਦਾ ਟ੍ਰੈਂਡ ਹੋ ਰਿਹਾ, ਹੋ ਸਕਦਾ ਉਹਨਾਂ ਤੇ ਫਿਜ਼ੀਕਲੀ ਹਮਲਾ ਵੀ ਕਰਨਗੇ। ਉਹ ਜਾਨੀ ਉਹ ਮੱਧ ਪ੍ਰਦੇਸ਼ ਜਾਂ ਉਹ ਗੁਜਰਾਤ ਵਰਗੇ ਲੋਕ ਨਹੀਂ ਹੈਗੇ, ਉਹ ਲੜਾਕੂ ਲੋਕ ਆ। ਉਹਨੇ ਜਿਹੜੇ ਵਾਪਸ ਆਉਣਗੇ, ਉਹਨਾਂ ਨੂੰ ਮਿਲਣਗੇ, ਅਗਰ ਇਹ ਨਾ ਸੁਧਰੇ ਹੋ ਸਕਦਾ ਉਹ ਫਿਜ਼ੀਕਲ ਹਮਲਾ ਕਰਨਗੇ ਔਰ ਇਹਦੇ ਜਿਹੜੇ ਰਿਜ਼ਲਟ ਆ ਉਹ ਭਿਆਨਕ ਨਿਕਲਣ। ਔਰ ਉੱਥੇ ਬੜੇ ਬੜੇ ਦੰਗੇ ਵੀ ਹੋ ਸਕਦੇ ਆ ਮਹਾਰਾਸ਼ਟਰ ਦੇ ਅੰਦਰ, ਕਿਉਂ ਮਹਾਰਾਸ਼ਟਰ ਬਹੁਤ ਵੱਖਰੀ ਤਰ੍ਹਾਂ ਦੀ ਸਟੇਟ ਆ। ਉੱਥੇ 2 ਨੰਬਰ ਦਾ ਪੈਸਾ ਬਹੁਤ ਆ, 2 ਨੰਬਰ ਦੇ ਇਹਦਾ ਬੰਬੇ ਦੇ ਵਿੱਚ ਪਤਾ ਹੀ ਨਹੀਂ ਕੀ ਕੀ ਹੈਗਾ, ਕੀ ਕੀ ਨਹੀਂ ਹੈਗਾ। ਤਾਂ ਇਹਨਾਂ ਲੋਕਾਂ ਦੀ ਜ਼ਮੀਰ ਮਰ ਚੁੱਕੀ ਆ,
ਇਹਨੇ ਟਰਾਈ ਕਰਨੀ ਆ ਕਿ ਸਾਡੀ ਬੀਜੇਪੀ ਨੇ ਰੱਖ ਕੇ ਸਰਕਾਰ ਬਣ ਜੇ, ਅਸੀਂ ਕੋਈ ਮਿਨਿਸਟਰ ਬਣ ਜਾਈਏ, ਅਸੀਂ ਆਪਣੇ ਆਪ ਨੂੰ ਗਾਂਹ ਨਿਕਲ ਜਾਈਏ। ਆਉਣ ਵਾਲਾ ਸਮਾਂ ਤਾਂ ਫਿਰ ਲੋਕ ਹੀ ਦੱਸਣਗੇ ਕਿੱਦਾਂ ਹੁੰਦਾ ਆ। ਹੁਣ ਤੁਸੀਂ ਦੇਖੋ ਵੀ ਇਹ 100 ਦਿਨ ਨਹੀਂ ਸਰਪੰਚ ਹੋਇਆ, ਸਾਹਿਬ ਭਗਵੰਤ ਮਾਨ ਨੂੰ ਸਰਪੰਚ 100 ਸਾਹਿਬ ਦਿਨ ਦੇ ਅੰਦਰ ਦੱਸਤਾ ਉਹਨਾਂ ਨੇ। ਸਰਪੰਚ ਸਾਹਿਬ ਮੈਂ ਇੱਕ ਤੁਹਾਡੇ ਕੋਲ ਸਵਾਲ ਪੁੱਛਣਾ ਚਾਹੁੰਦਾ। ਬੀਜੇਪੀ ਨੇ ਸਭ ਤੋਂ ਪਹਿਲਾਂ ਟਰਾਈ ਕੀਤੀ, ਜਿਹੜਾ ਮਹਾਰਾਸ਼ਟਰ ਵਿੱਚ ਸਭ ਤੋਂ ਵੱਡਾ ਪੁਲਿਸ ਅਫਸਰ ਸੀਗਾ, ਉਹਦਾ ਭਲਾ ਜਿਹਾ ਨਾਂ ਸੀ ਜਵਾਨ ਜਿਹਾ, ਪਹਿਲਾਂ ਹੀ ਨਹੀਂ ਉਹਦੇ ਪੇਸ਼ ਪਏ। ਉਹਦੀ ਮਹਾਰਾਸ਼ਟਰ ਸਰਕਾਰ ਨੇ ਆਦਿੱਤਿਆ ਠਾਕਰੇ ਹੋਣੀ ਉਹਦੀ ਪੂਰੀ ਮਦਦ ਕੀਤੀ, ਲੇਕਿਨ ਇਹ ਉਹਦੇ ਪੇਸ਼ ਪੈ ਰਹੇ ਉਹਨੂੰ ਅਰੈਸਟ ਕਰਕੇ ਹਟੇ। ਉਸ ਤੋਂ ਪਿੱਛੋਂ ਜਿਹੜਾ ਉਹਨਾਂ ਦਾ ਪ੍ਰਧਾਨ ਆ ਸੰਜੇ ਰਾਉਤ, ਉਹਦੇ ਪਿੱਛੇ ਪਏ, ਉਹਦੇ ਤੇ ਈਟ ਤੇ ਛਾਪੇ ਪੈਣ ਡੇ ਆ, ਉੱਤੇ ਕੇਸ ਹੋਣ ਡਏ ਆ, ਲੇਕਿਨ ਹਜੇ ਉਹ ਚਲੋ ਬਾਹਰ ਆ, ਹਜੇ ਉਹ ਬੜਕਾ ਮਾਰਦਾ। ਲੇਕਿਨ ਇਹ ਇੱਕ ਜਿਹੜਾ ਡਰਾ ਕੇ ਕਿਸੇ ਨੂੰ ਲਿਆਉਣਾ, ਕਿਸੇ ਤੇ ਪ੍ਰੈਸ਼ਰ ਪਾਈ ਰੱਖਣਾ, ਇਹ ਇੱਕ ਮਾੜੀ ਸਿਆਸਤ ਨਹੀਂ। ਐਂਡ ਹੋਰ ਇੱਕ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੁੰਦਾ ਸਰਪੰਚ ਸਾਹਿਬ, ਤੁਹਾਨੂੰ ਸ਼ਾਇਦ ਚੇਤਾ ਹੋਊਗਾ, ਬੀਜੇਪੀ ਨੇ ਕੋਸ਼ਿਸ਼ ਕੀਤੀ ਸੀ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਡੇਗਣ ਲਈ, ਤੇ 14 ਐਮਪੀਆਂ ਤੇ ਆਣ ਕੇ ਗੱਲ ਅੜ ਗਈ ਸੀ, ਜਿਨ੍ਹਾਂ ਚੋਂ ਇੱਕ ਐਮਪੀ ਨੇ 14 ਕਰੋੜ ਰੁਪਈਆ ਲਿਆ ਸੀ। ਉਹ ਪੰਜਾਬ ਦਾ ਐਮਪੀ ਸੀ, ਤੁਹਾਨੂੰ ਚੇਤਾ ਹੋਣਾ ਕਿ ਉਦੋਂ ਇਹਨਾਂ ਦੇ ਮਨਸੂਬੇ 'ਚ ਕਾਮਯਾਬ ਨਹੀਂ ਸੀ ਹੋਏ। ਮਨਮੋਹਨ ਸਿੰਘ ਨੇ ਆਪਣਾ ਬਹੁਮਤ ਸਾਬਤ ਕਰਤਾ ਸੀ, ਲੇਕਿਨ ਇਹਨਾਂ ਨੇ ਕਿੰਨਾ ਰੁਪਈਆ ਉਦੋਂ ਵੀ ਖਰਾਬ ਕੀਤਾ। ਕਿ ਇਹ ਇਸ ਤਰ੍ਹਾਂ ਤੋਂ ਪਹਿਲਾਂ ਤੋਂ ਜਦ ਉਹ ਸਰਕਾਰ ਬਣੀ ਉਦੋਂ ਤੋਂ ਉਹਨਾਂ ਦੀ ਪਿੱਛੇ ਹੱਥ ਧੋ ਕੇ ਪਏ ਆ, ਜਿਹੜੀ ਇਹ ਇੱਕ ਮਾੜੀ ਗੱਲ ਨਹੀਂ ਕੀ? ਸਰਾਸਰ ਇਹ ਮਾੜੀ ਗੱਲ ਆ, ਅਖਲਾਕ ਤੋਂ ਡਿੱਗੀ ਗੱਲ ਆ ਕਿ ਜਿਹੜੀ ਵੀ ਸਰਕਾਰ ਬੀਜੇਪੀ ਨਾਲ ਨਹੀਂ ਚੱਲੂਗੀ। ਹੁਣ ਤੁਸੀਂ ਇਹ ਟੇਲਰ ਨੂੰ ਸਭ ਤੋਂ ਪਹਿਲਾਂ ਲਾਲੂ ਪ੍ਰਸਾਦ ਯਾਦਵ ਨੂੰ ਜੇਲ੍ਹ 'ਚ ਅੰਦਰ ਵਾੜ ਕੇ ਟੇਲਰ ਦਿਖਾ ਲਿਆ, ਮਾਇਆਵਤੀ ਨੂੰ ਇੰਨਾ ਡਰਾਤਾ। ਅੱਜ ਜਿਹੜੀਆਂ 2 ਆਜਮਗੜ੍ਹ ਤੇ ਰਾਮਪੁਰ ਦੀ ਇਲੈਕਸ਼ਨ ਹੋਈ ਆ, ਉੱਥੇ ਮਾਇਆਵਤੀ ਨੇ ਬੰਦੇ ਖੜੇ ਕੀਤੇ। ਉਹ ਥੋੜ੍ਹੀਆਂ ਵੋਟਾਂ ਨਾਲ ਮੁਲਾਇਮ ਸਿੰਘ ਦਾ ਜਿਹੜਾ ਮੁੰਡਾ ਹਾਰ ਗਿਆ, ਤਾਂ ਉਹਨੂੰ ਕਹਿੰਦੇ ਮਾਇਆਵਤੀ ਨੂੰ ਡਰਾ ਕੇ ਰੱਖਿਆ ਹੈ ਤੇਰੀ ਈਡੀ ਵੀ ਜੇ ਤੂੰ ਇਹ ਸਾਡੇ ਕਹਿਣ ਤੇ ਨਾ ਚੱਲੀ ਤਾਂ ਤੈਨੂੰ ਵੀ ਅਸੀਂ ਜਿਹੜਾ ਲਾਲੂ ਪ੍ਰਸਾਦ ਯਾਦਵ ਨੂੰ ਅੰਦਰ ਭੇਜਾਂਗੇ। ਇਹ ਹਰ ਸਟੇਟ ਦੇ ਅੰਦਰ ਹੀ ਇਹ ਗੱਲ ਈਡੀ ਲਾਉਂਦੇ ਆ, ਇਹ ਬੰਦਿਆਂ ਨੂੰ ਡਰਾਉਂਦੇ ਆ ਕਿ ਤੈਨੂੰ ਕਰਪਸ਼ਨ ਫਸਾ ਦੇਵਾਂਗੇ, ਤੈਨੂੰ ਅਸੀਂ ਉਹ ਫਸਾ ਦੇਵਾਂਗੇ। ਹੁਣ ਤੁਸੀਂ ਦੇਖੋ ਕਿ ਜਿਹੜਾ ਗਗੋਈ ਜੱਜ ਸੀਗਾ, ਉਹ ਪਹਿਲਾਂ ਬੀਜੇਪੀ ਦੇ ਅਗੇਂਸਟ ਸੀਗਾ, ਉਹ ਤੇ ਇਹਨੀ ਅੰਦਰੋਂ ਅੰਦਰੀ ਇੱਕ ਕਰੈਕਟਰ ਦਾ ਦੋਸ਼ ਲਾ ਕੇ ਉਹਨੂੰ ਸਸਪੈਂਡ ਕਰਨਾ ਚਾਹੁੰਦੇ ਸੀਗੇ। ਫਿਰ ਉਹਨਾਂ ਬੈਠ ਕੇ ਸੌਦਾ ਕੀਤਾ ਕਿ ਤੂੰ ਸਾਡੇ ਪੱਖ ਦੇ ਵਿੱਚ ਡਿਸੀਜਨ ਦੇ ਬਾਬਰੀ ਮਸਜਿਦ ਦਾ, ਤੈਨੂੰ ਅਸੀਂ ਰਾਜ ਸਭਾ ਦਾ ਮੈਂਬਰ ਬਣਾ ਦੇਵਾਂਗੇ। ਉੱਥੇ ਤਾਂ ਬੜੇ ਦੇਖੋ ਜਿਹੜਾ ਸੁਪਰੀਮ, ਜਿੱਥੋਂ ਅਸੀਂ ਆਸ ਰੱਖਦੇ ਹਾਂ ਕਿ ਸਾਡੀ ਜਿਹੜੀ ਇਹ ਪੱਤ ਬਚਾਊਗੀ ਸੁਪਰੀਮ ਕੋਰਟ, ਉਹਦਾ ਚੀਫ ਜਸਟਿਸ ਵਿਅਕਤੀਗਤ ਇਸ ਗੱਲ ਦੇ ਕਰਕੇ, ਔਰ ਹਰ ਚੀਜ਼ ਇੰਡੀਆ 'ਚ ਬਕਾਊ ਹੋ ਗਈ ਆ। ਇੰਡੀਆ ਜਿਹੜਾ ਅਸੀਂ ਕਹਿੰਦੇ ਅਖਲਾਕ ਹੀ ਗਿਰ ਗਿਆ ਹੈਗਾ। ਹੁਣ ਅਸੀਂ ਜਦ ਪੁਰਾਣੀਆਂ ਆਪਣੀਆਂ ਹਿਸਟਰੀਆਂ ਪੜ੍ਹਦੇ ਹਾਂ, ਸਾਡੇ ਬੰਦੇ ਨੇ ਸਿਰ ਦਿੱਤੇ ਆ, ਕੁਰਬਾਨੀਆਂ ਦਿੱਤੀਆਂ, ਤਾਂ ਅਸੀਂ ਅਰਦਾਸ ਪਿਆਸ ਵੀ ਕਰਦੇ ਕਿ ਟੁਕੜੇ ਟੁਕੜੇ ਪਾ ਲੈ। ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਉਹਦੇ ਪੁੱਤ ਦਾ ਦਿਲ ਕੱਢ ਕੇ ਪਾਤਾ, ਉਹਨੇ ਆਪਣੀ ਹਾਰ ਨਹੀਂ ਮੰਨੀ। ਲੇਕਿਨ ਅੱਜ ਥੋੜੇ ਜਿਹੇ ਚੰਦ ਕੋਡਾਂ ਬਦਲੇ ਇਹ ਜਿਹੜੇ ਬੰਦੇ ਵਗਦੇ ਅਖਲਾਕ ਤੋਂ ਮਾੜੇ, ਅਖਲਾਕ ਇਹਨਾਂ ਦਾ ਹੈ ਨਹੀਂਗਾ, ਅਖਲਾਕ ਤੋਂ ਗਿਰੇ ਹੋਏ ਆ। ਬਾਕੀ ਜਿਹੜੀ ਖਰੀਦ ਉਹਨਾਂ ਦਾ ਇੱਕ ਪਾਲਿਸੀ ਆ ਕਿ ਦੇਸ਼ ਦੇ ਵਿੱਚ ਹਿੰਦੂਤਵ ਨੂੰ ਲਿਆਉਣਾ, ਬਾਕੀ ਚਾਹੇ ਮਿਨੋਰਟੀ ਹੋਵੇ, ਚਾਹੇ ਬੈਕਵਰਡ ਹੋਵੇ, ਚਾਹੇ ਦਲਿਤ ਹੋਵੇ, ਉਹਨਾਂ ਸਾਰਿਆਂ ਨੂੰ ਦਬਾ ਕੇ ਰੱਖਣਾ। ਔਰ ਆਪਣੀ ਬੀਜੇਪੀ ਦੀ ਸਰਕਾਰ ਜਿਹੜੀ ਆ ਉਹ ਆਉਣ ਵਾਲੇ 24 ਦੇ ਵਿੱਚ ਲਿਆ ਕੇ ਇਹ ਸੰਵਿਧਾਨ ਨੂੰ ਵੀ ਚੇਂਜ ਕਰਨ ਨੂੰ ਫਿਰਦੇ ਆ। ਲੇਕਿਨ ਉਹਨਾਂ ਨੇ ਕੋਈ ਹੱਲੇ ਜਿਹੜੀ ਆ ਰਾਜ ਸਭਾ ਦੇ ਮੈਜੋਰਟੀ ਨਹੀਂ ਹੈਗੀ। ਉਹ ਕੋਸ਼ਿਸ਼ ਕਰਨਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੰਵਿਧਾਨ ਨੂੰ ਬਦਲ ਕੇ ਵੋਟਾਂ ਨਾ ਕਰਾਈਆਂ ਜਾਣ, ਜਿੱਦਾਂ ਚਾਈਨਾ ਦੇ ਅੰਦਰ ਹੁੰਦਾ ਜਾਂ ਹੋਰ ਕੰਟਰੀਆਂ ਦੇ ਅੰਦਰ ਰਹਿੰਦਾ। ਇਹਨਾਂ ਦੀ ਬਹੁਤ ਬੜੀ ਚਾਲ ਆ। ਔਰ ਪੈਸਾ ਜਿਹੜਾ ਜਿਹੜਾ ਸ਼ਰਦ ਪਵਾਰ ਗੁੱਟ ਹੈ ਉਹਨਾਂ ਕੋਲ ਵੀ ਘੱਟ ਨਹੀਂ ਹੈਗਾ, ਸਿਵ ਸੈਨਾ ਵਾਲਿਆਂ ਕੋਲ ਪੈਸਾ ਹੈਗਾ। ਲੇਕਿਨ ਬੀਜੇਪੀ ਵਾਲਿਆਂ ਨੇ ਇੰਨੇ ਕੋਟੇ ਦੇਤੇ ਆ, ਇੰਨੇ ਉਹਨਾਂ ਨੂੰ ਸਾਰਾ ਕੁਝ ਦੇਈ ਜਾਂਦੀ ਆ। ਹੁਣ ਅਡਾਨੀ ਹੁਣ ਤਾਂ ਇੰਨੇ ਅਮੀਰ ਆ, ਉਹਦਾ ਮਾੜਾ ਜਿਹਾ ਪੱਲਾ ਝਾੜਦਾ, ਜਿੰਨੇ ਮਰਜ਼ੀ ਪੈਸੇ ਖਰੀਦ ਲੈਣ। ਇਹ ਜਿਹੜਾ ਕੋਸ਼ਿਸ਼ ਕਰਨੀ ਆ, ਪਰ ਇੰਨਾ ਸੌਖਾ ਕੰਮ ਨਹੀਂ ਹੈਗਾ ਜੀ ਇਹ। ਰਮਲ ਜੀ, ਮੈਂ ਰਣੀਆ ਕਾਲੇਪਾ ਤੁਹਾਡੇ ਕੋਲ ਇੱਕ ਜਾਣਨਾ ਚਾਹਾਂਗਾ ਗੱਲ, ਕਿ ਜਿਸ ਤਰ੍ਹਾਂ ਗੱਲ ਖਰੀਦੋ ਫਰੋਖਤ ਦੀ ਹੁੰਦੀ, ਗੱਲ ਕਿਸੇ ਨੂੰ ਦਬਾ ਕੇ, ਕਿਸੇ ਨੂੰ ਪੈਸੇ ਦੇ ਜ਼ੋਰ ਨਾਲ, ਕਿਸੇ ਨੂੰ ਧਮਕਾ ਕੇ, ਕਿਸੇ ਤੇ ਕੋਈ ਕੇਸ ਬਣਾ ਕੇ, ਕਿਸੇ ਤਰ੍ਹਾਂ ਦੀ ਵੀ ਇਹ ਗੱਲ ਪੰਜਾਬ ਤੇ ਮੈਂ ਨਹੀਂ ਚਾਹੁੰਦਾ, ਕਿਉਂਕਿ ਪੰਜਾਬ ਦੇ ਵਿੱਚ ਬੀਜੇਪੀ ਨੇ ਇਸ ਗੱਲ ਤੋਂ ਸ਼ੁਰੂ ਕੀਤੀ। ਸ਼ੁਰੂ ਤੇ ਪਹਿਲਾਂ ਉਹਨਾਂ ਨੇ ਯੂਪੀ ਚੋਂ ਕਰੀ, ਫਿਰ ਗੁਜਰਾਤ ਚ ਕੀਤੀ, ਮੱਧ ਪ੍ਰਦੇਸ਼ ਕੀਤੀ, ਤਾਮਿਲਨਾਡੂ ਚ ਕੀਤੀ, ਉੜੀਸਾ ਚ ਕੀਤੀ, ਲੇਕਿਨ ਰਾਜਸਥਾਨ ਚ ਟਰਾਈ ਕੀਤੀ, ਉੱਥੇ ਵੀ ਕੋਸ਼ਿਸ਼ ਕੀਤੀ, ਲੇਕਿਨ ਉੱਥੇ ਕਾਂਗਰਸ ਸਰਕਾਰ ਨੇ ਬੜਾ ਬਚ ਕੇ ਰਹਿ ਗਈ। ਉੱਤਰਾਖੰਡ ਚ ਟਰਾਈ ਕਰ ਲਈ, ਉੱਥੇ ਵੀ ਆਪਣੀ ਸਰਕਾਰ ਬਣਾ ਗਏ। ਅਨੇਕਾਂ ਸੂਬਿਆਂ ਚ ਇਹ ਚਾਹੁੰਦੇ ਆ ਹਰ ਪਾਸੇ ਭਗਵਾ ਹੋਵੇ। ਇੱਕ ਹਰਿਆਣੇ ਦੇ ਐਮਪੀ ਨੇ ਪਿੱਛੇ ਜਿਹਾ ਬਿਆਨ ਦਿੱਤਾ ਸੀ, ਉਹਦੀ ਵੀਡੀਓ ਵਾਇਰਲ ਹੋਈ ਸੀ
ਕਿ ਅਸੀਂ ਪੰਜਾਬ ਚੋਂ ਵੱਡੇ ਵੱਡੇ ਲੀਡਰ ਇਸ ਤਰੀਕੇ ਨਾਲ ਖਰੀਦ ਕੇ ਆਪਣੀ, ਚਾਹੇ ਸੌਰੀ ਉਹਨੇ ਖਰੀਦ ਕੇ ਨਹੀਂ ਸੀ ਕਿਹਾ, ਉਹਨੇ ਕਿਹਾ ਸੀ ਅਸੀਂ ਆਪਣੇ ਵਿੱਚ ਲੈ ਆਉਣੇ ਆ ਤਾਂ ਕਿ ਆਉਣ ਵਾਲੇ ਸਮੇਂ 'ਚ ਸਾਨੂੰ ਕੋਈ ਦਿੱਕਤ ਨਾ ਹੋਵੇ ਪੰਜਾਬ 'ਚ ਬੀਜੇਪੀ ਦੀ ਸਰਕਾਰ ਬਣਾਉਣ ਲਈ। ਕੀ ਤੁਹਾਨੂੰ ਲੱਗਦਾ ਕਿ ਉਹ ਇਸ ਮਨਸੂਬੇ 'ਚ ਕਾਮਯਾਬ ਹੋ ਜਾਣਗੇ? ਬਿਲਕੁਲ ਨਹੀਂ ਜੀ। ਪੰਜਾਬ ਦੇ ਵਿੱਚ ਟੋਟਲੀ ਬੀਜੇਪੀ ਸਰਕਾਰ ਨੂੰ ਸਾਡੇ ਪੰਜਾਬੀ ਨਕਾਰ ਚੁੱਕੇ ਹੈ। ਜਿੱਦਾਂ ਮਰਜ਼ੀ ਵੱਡੇ ਤੋਂ ਵੱਡੇ ਜਿਹੜੇ ਚੱਲੇ ਹੋਏ ਕਾਰਤੂਸ ਉਹ ਬੀਜੇਪੀ ਨੇ ਖਰੀਦੇ ਹੈ। ਉਹ ਚੱਲੇ ਹੋਏ ਕਾਰਤੂਸ ਹੁਣ ਕਿੰਨਾ ਕੁ ਗਾਂਹ ਕੰਮ ਕਰ ਲੈਣਗੇ ਜਿਹੜੇ ਉਹ ਆਲਰੇਡੀ ਚੱਲ ਚੁੱਕੇ ਆ, ਜਿਨ੍ਹਾਂ ਨੇ ਆਪਦੀ ਸਾਰੀ ਉਮਰ ਕਾਂਗਰਸ ਦੇ ਵਿੱਚ ਗਾਲਤੀ। ਤੇ ਜੇ ਹੁਣ ਕਾਂਗਰਸ ਨੂੰ ਡੋਬਣ ਵਾਲੇ ਵੀ ਇਹ ਜਿਹੜੇ ਵੱਡੇ ਨੇਤਾ ਸੀਗੇ, ਇਹਨਾਂ ਨੇ ਕਾਂਗਰਸ ਨੂੰ ਡੋਬਿਆ। ਤੇ ਇਹ ਜਿਹੜੇ ਮਨਸੂਬੇ ਹੈਗੇ ਆ ਬੀਜੇਪੀ ਸਰਕਾਰ ਦੇ, ਇਹ ਪੰਜਾਬ ਵਿੱਚ ਕਦੇ ਵੀ ਕਾਮਯਾਬ ਨਹੀਂ ਹੋਣਗੇ। ਭਾਵੇਂ ਜਿਹੜੇ ਰਹਿੰਦੇ ਵੀ ਕਾਂਗਰਸ ਦੇ ਮੈਂਬਰ ਆ ਉਹ ਵੀ ਖਰੀਦ ਲੈਣ, ਕਦੇ ਵੀ ਜ਼ਿੰਦਗੀ ਦੇ ਵਿੱਚ ਪੰਜਾਬੀ ਲੋਕ ਬੀਜੇਪੀ ਨੂੰ ਨਹੀਂ ਅਪਣਾਉਣਗੇ ਜੀ। ਲੇਕਿਨ ਕਾਲੇ ਭਾਈ ਇੱਥੇ ਇੱਕ ਗੱਲ ਹੈਗੀ ਆ ਕਿ ਜੇ ਨਹੀਂ ਅਪਣਾਉਣਗੇ, ਮੰਨ ਲਓ ਜੇ ਜੀ ਜਿਹੜੇ ਤਕੜੇ ਲੀਡਰ, ਤਕੜੀਆਂ ਸਾਮੀਆਂ ਜਿਨ੍ਹਾਂ ਦੇ ਮਗਰ ਲੋਕੀ ਲੱਗਦੇ, ਆਪਾਂ ਪਿੰਡਾਂ ਚੋਂ ਆਏ ਆ, ਆਪਣੇ ਹਲਕੇ ਦੇ ਵਿੱਚ ਲਾਲੀ ਸਰਦਾਰ ਜਿਹੜਾ ਸੀ ਤੁਹਾਡੇ, ਉਹ ਬ੍ਰਿਜ ਭੁਪਿੰਦਰ ਸਿੰਘ ਸਰਦਾਰ ਕਹਾਉਂਦਾ, ਸਰਦਾਰ ਹੈਗਾ, ਕਹਾਉਂਦਾ ਹੀ ਨਹੀਂ ਹੈਗਾ ਵੀ ਸਰਦਾਰ ਆ। ਅੱਜ ਵੀ ਲੋਕੀ ਉਹਦੇ ਘਰ ਜਾਂਦੇ ਲੋਕੀ ਕੰਮ ਕਰਾਉਣ ਲਈ। ਲੇਕਿਨ ਜਦੋਂ ਵੱਡੇ ਬੰਦਿਆਂ ਨੂੰ ਬੀਜੇਪੀ ਨੇ ਖਰੀਦ ਲਿਆ, ਲੋਕਾਂ ਨੇ, ਜਿਹੜੀ ਆਮ ਲੋਕੀ ਆ, ਉਹਨਾਂ ਨੇ ਉਹਨਾਂ ਤੋਂ ਕੰਮ ਕਰਾਉਣੇ ਆ। ਕੰਮ ਕਰਾਉਣ ਤਾਂ ਉਹਨਾਂ ਕੋਲ ਜਾਣਗੇ ਨਾ, ਕੰਮ ਹੋਣੇ ਉਹਨਾਂ ਬੰਦਿਆਂ ਦੇ ਜਿਹਨਾਂ ਨੂੰ ਬੀਜੇਪੀ ਕਹੂਗੀ। ਜਦੋਂ ਜਿਹਨਾਂ ਦੇ ਕੰਮ ਹੋਣਗੇ, ਕੀ ਇਹ ਕਿਤੇ ਨਾ ਕਿਤੇ ਤੇ ਪ੍ਰਭਾਵ ਪਵੇਗਾ ਨਾ ਕਾਲੇ ਭਾ? ਦੇਖੋ ਬਲਹਾਰ ਜੀ, ਕੰਮ ਪਿੰਡਾਂ ਵਾਲਿਆਂ ਦੇ, ਆਪਾਂ ਸਾਰੇ ਪੇਂਡੂ ਆ, ਪਿੰਡਾਂ ਵਾਲਿਆਂ ਦੇ ਕੰਮ ਕੀ ਹੁੰਦੇ ਆ? ਪਿੰਡਾਂ ਵਾਲਿਆਂ ਦੇ ਤਹਿਸੀਲਦਾਰ ਤੱਕ, ਥਾਣੇ ਤੱਕ ਤੇ ਕਚਹਿਰੀਆਂ ਤੱਕ ਹੀ ਕੰਮ ਹੁੰਦੇ ਆ। ਕੋਈ ਏਦੂ ਵੱਡਾ ਕੰਮ ਪਿੰਡਾਂ ਵਾਲਿਆਂ ਦਾ ਕੋਈ ਨਹੀਂ ਹੁੰਦਾ। ਬੰਨੇ ਦਾ ਰੌਲਾ ਹੁੰਦਾ ਹੈ, ਜੇ ਕਿਸੇ ਨੂੰ ਮਰਲਾ ਇੱਕ ਜ਼ਮੀਨ ਆਉਂਦੀ ਆ, ਅਸੀਂ ਉਹ ਨਹੀਂ ਛੱਡਣੀ ਹੁੰਦੀ, ਤੇ ਉਹ MLA ਦੇ ਜ਼ੋਰ ਨਾਲ ਜਾਂ ਕਿਸੇ ਮਿਨਿਸਟਰ ਦੇ ਜ਼ੋਰ ਨਾਲ ਅਸੀਂ ਉਹਦੀ ਫਰਮਾਇਸ਼ ਕਰਾਉਨੇ ਆ। ਕੋਈ ਖਾਸ ਜਿਹੜੇ ਕੰਮ ਸਾਡੇ ਪਿੰਡਾਂ ਵਾਲਿਆਂ ਦੇ ਨਹੀਂ ਹੁੰਦੇ। ਤੇ ਨਾਲੇ ਹਰੇਕ ਬੰਦਾ ਏਰੀਏ ਦੇ, ਹਰੇਕ ਚਾਲੂ ਪ੍ਰਸ਼ਾਦ ਬੰਦੇ ਦੇ ਨਾਲ, ਭਾਵੇਂ ਹੁਣ ਲਾਲੀ ਦੇ ਕੋਲੇ ਕੋਈ ਅਹੁਦਾ ਤਾਂ ਨਹੀਂ ਹੈ, ਹੁਣ ਉਹਦੇ ਕੋਲੇ ਕੋਈ ਅਹੁਦਾ ਨਹੀਂ, ਉਹਨੇ ਅਕਾਲੀ ਕਾਂਗਰਸੀ ਛੱਡ ਕੇ ਤੇ ਅਕਾਲੀਆਂ ਨੂੰ ਜੁਆਇੰਟ ਕਰ ਲਿਆ। ਪਾਵਰ ਤਾਂ ਉਹਦੇ ਕੋਲੇ ਨਹੀਂ, ਪਰ ਜਿਹੜੇ ਉਹਦੇ ਨਾਲ ਜੁੜੇ ਹੋਏ ਬੰਦੇ, ਚੰਦ ਬੰਦੇ ਜਿਹੜੇ ਜੁੜੇ ਆ, ਉਹ ਉਹਨਾਂ ਦੇ ਕੋਲੇ ਜਾਂਦੇ ਆ। ਪਰ ਸਰਕਾਰਾਂ ਦੇ ਵਿੱਚ ਇਹ ਵਾਧੂ ਗੱਲਾਂ, ਜਿੰਨੇ ਵੀ ਲੋਕੀ ਮੈਂ ਏਰੀਏ ਦੇ ਵਿੱਚ ਦੇਖਿਆ ਅੱਜ ਤੱਕ, ਤੇ ਜਿਹੜਾ ਕੰਮ ਹੈ ਉਹ ਕੋਈ ਵੀ ਜਿਹੜਾ ਕਿਸੇ ਦਾ ਸਿਫਾਰਿਸ਼ ਦੇ ਨਾਲ ਪੈਸਾ ਦੇਣਾ ਜ਼ਰੂਰੀ ਹੁੰਦਾ, ਪੈਸੇ ਤੋਂ ਬਿਨਾਂ ਉਹ ਕੰਮ ਨਹੀਂ ਹੋ ਰਿਹਾ। ਪਰ ਜਿਹੜੀ ਨਵੀਂ ਸਰਕਾਰ ਆਈ ਆ, ਇਹਦੇ ਆਉਣ ਨਾਲ ਪੈਸੇ ਲੋਕੀ ਲੈਂਦੇ ਤਾਂ ਹੈਗੇ ਆ, ਪਰ ਪੈਸਿਆਂ ਦਾ ਤਰੀਕਾ ਬਦਲ ਗਿਆ ਲੈਣ ਦਾ। ਸ਼ਰੇਆਮ ਸਿੱਧਾ ਪੈਸਾ ਨਹੀਂ ਕੋਈ ਲੈਂਦਾ। ਪਰ ਜਿਹੜੀ ਹੈਗੀ ਆ ਬੀਜੇਪੀ ਸਰਕਾਰ, ਜੇ ਕਹੀਏ, ਜੇ ਬੀਜੇਪੀ ਦੇ ਵੱਡੇ ਲੀਡਰ ਇਹਨਾਂ ਨੇ ਖਰੀਦੇ ਸੀ ਤੇ ਉਹਦਾ ਰਿਜ਼ਲਟ ਸਾਨੂੰ ਲੋਕਾਂ ਦਾ ਸਾਨੂੰ ਪਤਾ ਲੱਗ ਜਾਣਾ ਸੀ। ਜਿਮਨੀ ਚੋਣ ਦੇ ਵਿੱਚ ਸੰਗਰੂਰ ਚੋਂ ਫਿਰ ਬੀਜੇਪੀ ਦਾ ਬੰਦਾ ਉੱਥੋਂ ਜਿੱਤ ਜਾਣਾ ਸੀਗਾ। ਪੰਜਾਬ ਦੇ ਵਿੱਚ ਬੀਜੇਪੀ ਸਰਕਾਰ ਨੂੰ ਕੋਈ ਥਾਂ ਨਹੀਂ, ਭਾਵੇਂ ਇਦੋਂ ਵੀ ਵੱਡੇ ਹੋਰ 2-4 ਜਿਹੜੇ ਲੀਡਰ ਰਹਿੰਦੇ ਉਹ ਵੀ ਖਰੀਦ ਲੈਣ ਜੀ। ਬਾੜਾ ਸਾਹਿਬ, ਤੁਹਾਡੇ ਕੋਲ ਆਉਣਾ ਚਾਹੂੰਗਾ, ਕਿਉਂਕਿ ਜੇ ਆਪਾਂ ਗੱਲ ਕਰਦੇ ਹਾਂ ਖਰੀਦੋ ਫਰੋਖਤ ਦੀ, ਗੱਲ ਕਰਦੇ ਹਾਂ ਬੀਜੇਪੀ ਦੀ ਮਾਰੂ ਨੀਤੀ ਦੀ, ਗੱਲ ਕਰਦੇ ਹਾਂ ਬੀਜੇਪੀ ਦੀ ਬੇਈਮਾਨੀ ਦੀ, ਸਭ ਤੋਂ ਪਹਿਲਾਂ ਇਹਨਾਂ ਨੇ ਅਕਾਲੀ ਦਲ ਨੂੰ ਢਾਹ ਲਾਈ। ਮਨਜਿੰਦਰ ਸਿੰਘ ਸਿਰਸੇ ਨੂੰ ਜੇ ਤੇ ਅਨੇਕਾਂ ਪਹਿਲਾਂ ਕੇਸ ਪਾਏ, ਉਹਨੂੰ ਡਰਾਇਆ ਧਮਕਾਇਆ। ਜਦੋਂ ਨਹੀਂ ਡਰਿਆ ਧਮਕਿਆ, ਉਹਨੂੰ ਰਾਤੋਂ ਰਾਤ 1 ਘੰਟਾ ਪਹਿਲਾਂ ਅਸਤੀਫਾ ਦਵਾ ਕੇ ਅਕਾਲੀ ਦਲ ਚੋਂ, ਘੰਟੇ ਬਾਅਦ ਉਹਨੂੰ, ਜਿੱਥੇ ਅਮਿਤ ਸ਼ਾਹ ਬੈਠਾ, ਰਾਜਨਾਥ ਬੈਠਾ, ਹੋਰ ਵੱਡੇ ਦੂਜਾ JP ਨੱਡਾ ਬੈਠਾ, ਉਹ ਇੱਕਦਮ ਉੱਥੇ ਬੈਠੇ ਉਹਦੇ ਲਈ ਘੰਟੇ ਬਾਅਦ ਉਹਨੂੰ ਜਾ ਕੇ ਆਪਣੇ ਬੀਜੇਪੀ ਸ਼ਾਮਲ ਕਰ ਲਿਆ। ਉਸ ਤੋਂ ਪਿੱਛੋਂ ਸ਼੍ਰੋਮਣੀ ਕਮੇਟੀ ਦਿੱਲੀ ਵਾਲੀ 'ਚ ਜੋ ਹੋਇਆ, ਬਾੜਾ ਸਾਹਿਬ ਤੁਸੀਂ ਭਲੀ ਭਾਂਤ ਜਾਣਦੇ ਹੋ, ਕਿਉਂ ਇਸ ਤਰ੍ਹਾਂ ਕਰ ਰਹੀ ਬੀਜੇਪੀ? ਮੈਂ ਕਹਿਣਾ ਚਾਹੁੰਦਾ, ਕਿਉਂ ਕਰ ਰਹੀ? ਕਾਂਗਰਸ ਦੇ ਪਿੱਛੇ ਪਈ ਆ, ਅਕਾਲੀ ਦਲ ਦੇ ਪਿੱਛੇ ਪਈ। ਅਕਾਲੀ ਦਲ 'ਚ ਹਜੇ ਤੱਕ ਚਲੋ ਉਹਨਾਂ 'ਚ ਨਹੀਂ ਗਿਆ ਕੋਈ, ਲੇਕਿਨ ਉਹ ਦਿਨ ਦੂਰ ਨਹੀਂ ਜਦੋਂ ਅਕਾਲੀ ਦਲ ਨੂੰ ਛੱਡ ਕੇ ਲੋਕੀ ਬੀਜੇਪੀ ਨੂੰ ਜਾਣਗੇ। ਬਾੜਾ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਦਿੱਲੀ ਦੀ ਸ਼੍ਰੋਮਣੀ ਪ੍ਰਬੰਧਕ? ਜਿਹੜੀ ਗੱਲ ਕਾਲੇ ਭਾ ਨੇ ਕਹੀ ਹੈ ਨਾ, ਪੰਜਾਬ ਦੇ ਵਿੱਚ ਤਾਂ ਬੀਜੇਪੀ ਦਾ ਮਤਲਬ ਜੀ ਕੋਈ ਨਾਮੋ ਨਿਸ਼ਾਨ ਨਹੀਂ ਰਹਿਣਾ ਜੀ, ਨਹੀਂ ਹੈਗਾ। ਹਾਂਜੀ, ਜਿਹੜੀਆਂ ਹੁਣ ਜਿਹੜੀ ਖਰੀਦਣ ਦੇ ਨਾਲ ਵੀ ਆ, ਖਰੀਦਣ ਦੇ ਨਾਲ ਹੁਣ ਜਿਸ ਤਰ੍ਹਾਂ
ਘਰ ਦਾ ਭੇਤੀ ਲੰਕਾ ਢਾਏ ਵਾਲੀ ਗੱਲ ਹੈ ਜੀ। ਉਹ ਹੁਣ ਸਾਡੇ ਜਿਸ ਤਰ੍ਹਾਂ ਇਹ ਜਾਖੜ ਹੁਣੀ ਗਏ ਨੇ, ਕੈਪਟਨ ਹੁਣੀ ਗਏ ਹਾਂਜੀ ਨੇ, ਹਾਂਜੀ, ਤੇ ਇਹਨਾਂ ਨੇ ਮਤਲਬ ਜਾ ਕੇ ਲੂਪ ਹੋਲ ਦੱਸਣਾ ਹੀ ਆ ਕਿ ਕਿਹੜਾ ਖਰੀਦੇ ਜਾਂਦਾ ਕਿਹੜਾ ਵੀਕ ਆ। ਢਾਹ ਤੇ ਲੱਗੇਗੀ, ਪਰ ਢਾਹ ਲੱਗਣ ਦੇ ਨਾਲ ਪੰਜਾਬ ਦੇ ਜਿਹੜੀ ਪੋਲਿਟਿਕਸ ਆ ਉਸ ਦੇ ਵਿੱਚ ਨਹੀਂ ਕੁਛ ਵੀ ਬਹੁਤਾ ਜ਼ਿਆਦਾ ਹਿਲਜੁਲ ਨਹੀਂ ਆਣੀ। ਹਾਂ, ਬਾਹਰਲੀਆਂ ਸਟੇਟਾਂ 'ਚ ਆ ਸਕਦੀ ਆ, ਪਰ ਲੇਕਿਨ ਜੇ ਕਹੀਏ ਕਿ ਪੰਜਾਬ ਦੇ ਵਿੱਚ ਤੇ ਇਹ ਪਾਰਟੀਆਂ ਹੈਗੀਆਂ ਨੇ, ਜਿਵੇਂ ਜਿਸ ਤਰ੍ਹਾਂ ਕਾਂਗਰਸ, ਅਕਾਲੀ ਦਲ ਹੁਣ ਜਿੱਦਾਂ ਚੱਲ ਰਹੀ ਆ, ਉਹਦੇ ਵਿੱਚ ਆਮ ਪਾਰਟੀ ਹੈਗੀ ਆ, ਪਰ ਲੇਕਿਨ ਬੀਜੇਪੀ ਦੇ ਆ ਜਿਸ ਤਰ੍ਹਾਂ ਜਦੋਂ ਅਕਾਲੀ ਤੇ ਭਾਜਪਾ ਦਾ ਗੱਠਜੋੜ ਵੀ ਸੀਗਾ, ਉਦੋਂ ਵੀ ਦੇਖਦੇ ਸੀ ਕਿ ਆਪਣੀਆਂ ਇਹਨਾਂ ਕੋਲ ਕਿੰਨੀਆਂ ਸੀਟਾਂ ਜਾਂ ਇਹਨਾਂ ਨੂੰ ਕਿੰਨੀਆਂ ਕੁ ਸੀਟਾਂ ਤੋਂ ਲੜਾਇਆ ਜਾਂਦਾ ਸੀਗਾ। ਸੋ ਉਸ ਪੁਆਇੰਟ ਆਫ ਵਿਊ ਦੇ ਨਾਲ ਇਹਨਾਂ ਦਾ ਬਹੁਤਾ ਇਹ ਜਿਹੜਾ ਪੰਜਾਬ ਦੇ ਵਿੱਚ ਆ ਉਹ ਇਹਨਾਂ ਦੀ ਕੋਈ ਬਹੁਤੇ ਪੈਰ ਨਹੀਂ ਜੰਮਣੇ। ਹਾਂ, ਇਹ ਜ਼ਰੂਰ ਹੈ ਖਰੀਦਣ ਦੀ ਕੋਸ਼ਿਸ਼ ਕਰਨਗੇ, ਖਰੀਦੇ ਉਹੀ ਜਾਣਗੇ ਜਿਸ ਤਰ੍ਹਾਂ ਹੁਣ ਆਪ ਜੀ ਨੇ ਦੱਸਿਆ ਹੈਗਾ ਕਿ ਬਈ ਆਪਣਾ ਸਿਰਸਾ ਜਿਹੜਾ ਸੀਗਾ ਜੀ, ਉਹ ਮਤਲਬ ਕਿਸ ਤਰ੍ਹਾਂ ਪਹਿਲਾਂ ਗੱਲਾਂ ਕਰਦੇ ਸੀ ਪੰਜਾਬ ਦੀਆਂ, ਕਿਸ ਤਰ੍ਹਾਂ ਪੰਜਾਬੀਅਤ ਦੀ ਗੱਲ ਕਰ ਰਿਹਾ ਸੀਗਾ, ਫਾਈਟ ਕਰ ਰਿਹਾ ਸੀਗਾ। ਹਾਂਜੀ, ਕਿਸਾਨ ਮੋਰਚੇ 'ਚ ਵੀ ਉਹਨੂੰ ਬੜਾ ਜ਼ਬਰਦਸਤ ਸੰਘਰਸ਼ ਦੇ ਵਿੱਚ ਬੜਾ ਪਾਰਟ ਪਲੇ ਕੀਤਾ, ਪਰ ਲੇਕਿਨ ਜਦੋਂ ਉਹ ਬਦਲਿਆ ਤੇ ਲੋਕਾਂ ਦੇ ਮੂੰਹਾਂ 'ਚ ਉਂਗਲੀਆਂ ਪੈ ਗਈਆਂ ਸਨ ਕਿ ਕੀ ਹੋ ਗਿਆ ਤੇ ਕਿੱਦਾਂ ਹੋਇਆ। ਪਰ ਲੇਕਿਨ ਵਿਕਣ ਵਾਲੇ ਵਿਕਣ ਉਹੀ ਨੇ, ਵਿਕਣ ਉਹੀ ਰਹਿਣਗੇ, ਕਿਉਂਕਿ ਕੈਪਟਨ ਵੀ ਇਸੇ ਗੱਲ ਤੇ ਵਿਕਿਆ ਸੀਗਾ ਕਿ ਬਈ ਉਹਦੀ ਝੋਲੀ 'ਚ ਜਾ ਬੈਠਾ ਸੀ ਕਿ ਉਹਨੂੰ ਆਪਣੇ ਮੁੰਡੇ ਦਾ ਇਹ ਡਰ ਸੀਗਾ ਕਿ ਬਈ ਮੇਰੇ ਮੁੰਡੇ ਤੇ ਜਿਹੜਾ ਕੋਈ ਵੀ ਉਹਨਾਂ ਦੇ ਉੱਪਰ ਕੇਸ ਹੈਗੇ ਆ ਤੇ ਉਹਦੀਆਂ ਫਾਈਲਾਂ ਜਿਹੜੀਆਂ ਇਹਦੇ ਕੋਲ ਨੇ। ਕਿਉਂਕਿ ਹੁਣ ਜਿੱਦਾਂ ਪੰਜਾਬ ਦੇ ਵਿੱਚ ਕਾਂਗਰਸ ਦੀਆਂ ਜਿਹੜੀਆਂ ਗੱਲਾਂ ਕਰਦੇ ਆ ਕਿ ਵੀ ਉਹ ਧਰਮ ਸੋਧ ਦੀ ਗੱਲ ਕਰਦੇ, ਸਾਧੂ ਸਿੰਘ ਦੀ, ਹੁਣ ਮਤਲਬ ਬਾਕੀਆਂ ਨੂੰ ਵੀ ਹੁਣ ਲਿਪੜੀਓ ਮੱਝ ਬਾਕੀਆਂ ਨੂੰ ਵੀ ਲਪੇਟਦੀ ਆ, ਉਹ ਗੱਲ ਹੁਣ ਬਾਕੀਆਂ ਦੇ ਵੀ ਨਾਂ ਲੈਤੇ ਨੇ। ਸੋ ਇਹ ਚੀਜ਼ ਤੇ ਘਬਲੇ ਤੋਂ ਡਰਦੇ ਉਧਰ ਜਾਣਗੇ ਜੀ ਕਿ ਬਈ ਇਹ ਸਾਡੇ ਇੱਧਰ ਪੱਖ ਪੂਰ ਕੇ ਕੋਈ ਸਾਡਾ ਬਚਾਅ ਹੋ ਜਾਊਗਾ, ਪਰ ਲੇਕਿਨ ਨਹੀਂ, ਬਹੁਤਾ ਨਹੀਂ। ਪੰਜਾਬ ਦੇ ਵਿੱਚ ਨਹੀਂ ਜੀ ਇਹਦਾ ਦਾ ਉਧਾਰ ਹੋਏਗਾ ਬਹੁਤਾ ਜ਼ਿਆਦਾ, ਪਰ ਲੇਕਿਨ ਬਾੜਾ ਸਾਹਿਬ ਚਲੋ ਠੀਕ ਹੈ, ਮੈਂ ਮੰਨਦਾ, ਮੈਂ ਵੀ ਮੰਨਦਾ ਇਸ ਚੀਜ਼ ਨੂੰ ਕਿ ਪੰਜਾਬ 'ਚ ਇਹਨਾਂ ਦੇ ਪੈਰ ਲੱਗਣੇ ਬੜੇ ਔਖੇ, ਪੰਜਾਬੀ ਬੜੇ ਅਣਖੀ ਆ। ਲੇਕਿਨ ਜਦੋਂ ਕਿਸਾਨ ਮੋਰਚਾ ਚੱਲਦਾ ਸੀ ਉਦੋਂ ਆਪਾਂ ਦੇਖਿਆ ਇਹਨਾਂ ਦੇ ਐਮਐਲਏ ਨੂੰ ਕੁੱਟ ਨੰਗੇ ਕਰਕੇ ਲੋਕਾਂ ਨੇ ਕੁੱਟਿਆ, ਉਹਨਾਂ ਦੇ ਕੱਪੜੇ ਤੱਕ ਪਾੜਤੇ, ਲੋਕਾਂ ਨੇ ਇਹਨਾਂ ਨੂੰ ਘਰੋਂ ਨਿਕਲਣਾ ਹਰਾਮ ਕਰਤਾ, ਇਹਨਾਂ ਦੇ ਜੋ ਲੀਡਰ ਕਹਾਉਂਦੇ ਸੀ ਉਹਨਾਂ ਦਾ ਘਰੋਂ ਨਿਕਲਣਾ ਹਰਾਮ ਕਰਤਾ। ਲੇਕਿਨ ਕਿਸਾਨ ਮੋਰਚਾ ਹਟਿਆ ਮਗਰੋਂ ਇਹਨਾਂ ਦੇ 2 ਐਮਐਲਏ ਵੀ ਬਣ ਗਏ ਪੰਜਾਬ 'ਚ, ਇਹਨਾਂ ਦੇ ਉਹੀ ਬੰਦੇ ਮੁੜ ਕੇ ਸ਼ਰਿਆਂ ਤੁਰੇ ਫਿਰਦੇ ਆ, ਚੰਡੀਗੜ੍ਹ ਇਹਨਾਂ ਦਾ ਮੇਅਰ ਵੀ ਬਣ ਗਿਆ। ਸੋ ਇਹ ਜਿਹੜੀ ਇਹ ਸਿਆਸਤ ਆ ਪੰਜਾਬੀਆਂ ਦੀ, ਮੈਂ ਮੰਨਦਾ ਇਹ 'ਚ ਕੋਈ ਦੋ ਰਾਮਾ ਨਹੀਂ। ਹੁਣ ਪੰਜਾਬੀ ਆ ਜਿਹੜੇ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਨੇ ਦੀਪ ਸਿੱਧੂ ਨੂੰ ਮਰਵਾਇਆ, ਪੰਜਾਬੀ ਆ ਜਿਹੜੇ ਕਹਿੰਦੇ ਆ ਕਿ ਸਿੱਧੂ ਮੂਸੇਵਾਲੇ ਨੂੰ ਆਮ ਆਦਮੀ ਪਾਰਟੀ ਨੇ ਮਰਵਾਇਆ। ਦੀਪ ਸਿੱਧੂ ਨੇ ਇੱਕ ਬੰਨੇ ਦੂਜੀ ਝਾੜੂ ਫੜ ਕੇ ਕੀਤਾ, ਇੱਕ ਬੰਨੇ ਸ਼੍ਰੀ ਸਾਹਿਬ ਫੜੀ ਕਿ ਆਪਾਂ ਨੂੰ ਗੁਰੂ ਨੇ ਕੀ ਦਿੱਤਾ, ਆਪਾਂ ਉਹ ਰੱਖਣਾ ਜਾਂ ਆਪਾਂ ਝਾੜੂ ਰੱਖਣਾ। ਲੇਕਿਨ ਥੋੜੇ ਦਿਨਾਂ ਬਾਅਦ ਉਹ ਇਸ ਦੁਨੀਆ ਤੋਂ ਚਲੇ ਗਿਆ। ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਆਪਾਂ ਇਸ ਪਾਸੇ ਨੂੰ ਤੁਰ ਪਈਏ ਕਿ ਹੁਣ ਆਪਾਂ ਇੱਧਰ ਨੂੰ ਜਾਣਾ। ਮੇਰੇ ਕਹਿਣ ਦਾ ਭਾਵ ਸੀਗਾ ਜਦੋਂ ਆਪਾਂ ਤਗੜੇ ਬੰਦਿਆਂ ਨੂੰ ਖਰੀਦ ਲਿਆ ਏਰੀਏ ਦੇ ਹਿਸਾਬ ਨਾਲ, ਮੰਨ ਲਓ ਹੁਣ ਸਾਡਾ ਨਕੋਦਰ ਏਰੀਆ, ਜੇ ਨਕੋਦਰ ਚੋਂ 5 ਬੰਦੇ ਨੂੰ ਤਕੜੇ ਖਰੀਦ ਲਿਆ, 5 ਬੰਦਿਆਂ ਨੇ ਵੋਟਾਂ ਖਰੀਦੀਆਂ ਜਾ ਕੇ ਪਿੰਡਾਂ 'ਚ, ਜਿਹੜੇ ਗਰੀਬ ਬੰਦੇ ਜਿਹੜੇ ਇੱਕ ਬੋਤਲ ਲਈ ਵਿਕ ਜਾਂਦੇ ਆ, 1000 ਰੁਪਏ ਲਈ ਵਿਕ ਜਾਂਦੇ ਆ, ਉਹ ਲੋਕੀ ਵੋਟਾਂ ਤਾਂ ਪਾਉਣਗੇ ਨਾ। ਬਿਲਕੁਲ ਮੇਰਾ ਕਹਿਣ ਦਾ ਭਾਵ ਇਹ ਆ। ਹਾਂਜੀ, ਕੋਈ ਸ਼ੱਕ ਨਹੀਂ, ਝੁਕਾਤਾ ਇਹ ਖਰੀਦੇ ਤਾਂ ਜਾ ਰਹੇ ਨੇ ਮਤਲਬ ਜੀ, ਪਰ ਲੇਕਿਨ ਫਿਰ ਵੀ ਲੋਕਾਂ ਨੂੰ ਸਮਝ ਆ ਗਈ ਆ। ਪਰ ਲੇਕਿਨ ਜਿਹੜੀਆਂ ਗੱਲਾਂ ਆਪਾਂ ਕਹਿੰਦੇ ਨਾ ਜੀ ਬਈ ਆ ਹੁਣ ਸਿਮਰਜੀਤ ਸਿੰਘ ਮਾਨ ਨੂੰ ਨਹੀਂ ਜਿੱਤੇ ਨੇ, ਇਹਨਾਂ ਦੇ ਸਿਰਫ ਇਹ 2 ਹੀ, ਦੀਪ ਸਿੱਧੂ ਦਾ ਅਤੇ ਦੀਪ ਮੂਸੇਵਾਲੇ ਦਾ, ਜਿਹੜਾ ਸਿੱਧੂ ਦਾ ਜੀ ਉਹ ਮੂਸੇਵਾਲੇ ਸਿੱਧੂ ਦਾ, ਇਹਨਾਂ ਦੋਨਾਂ ਦੇ ਪ੍ਰਭਾਵ ਦੇ ਥੱਲੇ, ਕਿਉਂਕਿ ਇਹਨਾਂ ਨੇ ਯੰਗਸਟਰ ਇਹਨਾਂ ਦੇ ਮਗਰ ਲੱਗ ਕੇ ਇਹ, ਕਿਉਂਕਿ ਸਿਮਰਜੀਤ ਅਕਾਲੀ ਦਲ ਅੰਮ੍ਰਿਤਸਰ ਦੀ ਪਾਰਟੀ ਦੇ ਉਹਨਾਂ ਨੇ ਹਾਮੀ ਭਰੀ ਸੀਗੀ, ਹਾਂਜੀ। ਪਰ ਲੇਕਿਨ ਦੇਖਿਆ ਜਾਵੇ ਇਹ ਆਉਣ ਵਾਲੇ ਟਾਈਮ ਦੇ ਵਿੱਚ ਜਿੱਦਾਂ ਅਕਾਲੀ ਦਲ ਬਾਦਲ ਤੇ ਕਾਂਗਰਸ ਦੇ ਵਿੱਚ ਖਲਾਰਾ ਪੈ ਗਿਆ ਆ, ਇਹ ਜਿਸ ਤਰ੍ਹਾਂ ਹੁਣ 5ਵੇਂ ਨੰਬਰ ਤੇ ਅਕਾਲੀ ਦਲ ਆਏ ਆ, ਇਹ ਇਸ ਦੇ ਨਾਲ ਇਹ ਦਿਸਦਾ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਨਾ ਕੁਝ, ਮੈਂ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਆ ਕਿ ਕੁਝ ਨਾ ਕੁਝ ਬੀਜੇਪੀ ਐਡਵਾਂਟੇਜ ਲਿਜਾ ਸਕੇਗੀ, ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕੋਈ ਜਾਖੜ ਕੇ ਚਲੇ ਗਏ ਨੇ, ਜਾਖੜ ਨੇ ਉਹਨਾਂ ਦੇ ਨਾਲੋਂ ਹੋਰ ਵੀ ਤੋੜਨੇ ਨੇ, ਹਾਂਜੀ, ਜਿਹੜੇ ਹੋਰ। ਸੋ ਇਸ ਤਰ੍ਹਾਂ ਦੇ ਬੰਦੇ ਜਾਣਗੇ, ਜਾਂ ਜਿਹਨਾਂ ਨੇ ਪਾਰਟੀ ਨੇ ਉਸ ਨੇ ਜਾਣਾ, ਜਿਹਨੇ ਕਹਿਣਾ ਕਿ ਵੀ ਹੁਣ ਤਾਂ
ਅੱਜ ਸਾਡੇ ਤੇ ਛਾਪਾ ਪੈਣ ਦੀ ਹੈਗਾ ਡਰ, ਅੱਜ ਇਹ ਆਪਾਂ ਪਾਰਟੀ ਡਿਫਰੈਂਟ ਜੁਆਇਨ ਕਰ ਲਈਏ। ਸੋ ਮਤਲਬ ਇਹ ਚੀਜ਼ਾਂ ਦਾ ਫਰਕ ਤੇ ਪਏਗਾ, ਪਰ ਲੇਕਿਨ ਇੰਨਾ ਨਹੀਂ ਪਏਗਾ ਜੀ। ਪਰ ਲੇਕਿਨ ਜੇ ਨਾ ਕਿਹਾ ਜਾਵੇ ਕਿ ਵੀ ਪੰਜਾਬ ਦੇ ਵਿੱਚ ਉਹ ਆਪਣੀ ਮੈਜੋਰਟੀ ਬਣਾ ਲੈਣਗੇ, ਇਹ ਨਹੀਂ ਹੋਏਗਾ ਜੀ। ਇਹ ਆਉਣ ਵਾਲਾ ਸਮਾਂ ਦੱਸੇਗਾ। ਪਰ ਲੇਕਿਨ ਜਿਹੜੇ ਆਪਣੇ ਵੋਟਰ ਬਹੁਤ ਗਰੀਬ ਤਬਕਾ ਬਕਾਊ ਰਹਿ ਗਏ ਆ। ਜਿਹੜੇ ਬਾਕੀ ਤੇ ਹੁਣ ਇਹ ਮੂੰਹ ਤੇ ਗੱਲਾਂ ਕਹਿੰਦੇ ਨੇ ਜੀ, ਨਾਲੇ ਤੇ ਪ੍ਰਸ਼ਾਸਨ ਨਾਲ ਤੇ ਨਾਲੇ ਲੀਡਰਾਂ ਨੂੰ ਕਿ ਬਈ ਤੁਸੀਂ ਕੀ ਕੀਤਾ ਤੇ ਕੀ ਕਰ ਰਹੇ ਆ ਤੇ ਕੀ ਕਰੋਗੇ ਆਉਣ ਵਾਲੇ ਸਮੇਂ ਵਿੱਚ। ਸੋ ਇਸ ਦੇ ਨਾਲ ਵੇਖਣ ਦੀਆਂ ਗੱਲਾਂ ਬਹੁਤ ਘੱਟ ਰਹਿ ਗਈਆਂ ਨੇ ਜੀ। ਮੈਂ ਚਲੋ ਤੁਹਾਡੀ ਗੱਲ ਮੰਨਦਾ। ਸਰਪੰਚ ਸਾਹਿਬ ਤੁਸੀਂ ਦੱਸੋ, ਜਿਹੜੀ ਪਾਰਟੀ ਯੂਪੀ ਦੀ ਜਾਂ ਭਾਰਤ ਦੀ ਦਲਿਤਾਂ ਦੀ ਇੱਕ ਕਿਸਮ ਦੀ ਮਸੀਹਾ ਕਹਾਉਂਦੀ ਸੀ, ਉਹਨੂੰ ਚੁੱਪ ਕਰਾ ਸਕਦੇ ਆ। ਜਿਹੜੀ ਪਾਰਟੀ ਕਮਲਨਾਥ ਵਰਗਿਆਂ ਨੂੰ ਚੁੱਪ ਕਰਾ ਸਕਦੀ ਹੈ, ਜਿਹੜੀ ਪਾਰਟੀ ਕਾਂਗਰਸ ਦੇ ਉੱਚ ਕੋਟੀ ਦੇ ਆਗੂਆਂ ਨੂੰ ਚੁੱਪ ਕਰਾ ਸਕਦੀ ਆ, ਜਿਹੜੀ ਪਾਰਟੀ ਸ਼ਿਵ ਸੈਨਾ ਵਿੱਚ ਦੁਫਾੜ ਪਾ ਸਕਦੀ ਹੈ, ਜਿਹੜੇ ਕਹਿੰਦੇ ਸੀ ਕਿ ਅਸੀਂ ਮਰ ਸਕਦੇ ਹਾਂ, ਅਸੀਂ ਬਾਲ ਠਾਕਰੇ ਦੀ ਸੋਚ ਨਹੀਂ ਛੱਡ ਸਕਦੇ, ਅਸੀਂ ਬਾਲ ਠਾਕਰੇ ਦੀ ਪਰਿਵਾਰ ਨੂੰ ਨਹੀਂ ਛੱਡ ਸਕਦੇ, ਕੀ ਉਹ ਪਾਰਟੀ ਪੰਜਾਬ ਦੇ ਵਿੱਚੋਂ ਵੱਡੇ ਘਰਾਣਿਆਂ ਨੂੰ ਖਰੀਦ ਕੇ, ਵੱਡੇ ਲੀਡਰਾਂ ਨੂੰ ਖਰੀਦ ਕੇ ਆਉਣ ਵਾਲੇ ਸਮੇਂ 'ਚ ਸਿੱਖੀ ਦਾ, ਪੰਜਾਬ ਦਾ, ਪੰਜਾਬੀਅਤ ਦਾ ਨੁਕਸਾਨ ਨਹੀਂ ਕਰ ਸਕਦੀ? ਦੇਖੋ, ਜਿਹੜੀ ਇਹ ਬੀਜੇਪੀ ਆ, ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਹਰਮੰਦਰ ਸਾਹਿਬ ਤੇ ਜਿਹੜਾ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਆ ਇਨਡਾਇਰੈਕਟਲੀ, ਔਰ ਜਿਹੜਾ ਸਿੱਖੀ ਦਾ ਕਹਾਣ ਆ ਉਹ ਲਿਟਰੇਚਰ ਹੀ ਇੰਨਾ ਸੈੱਟ ਰਹੀ ਆ। ਉਹ ਇਹ ਲਿਟਰੇਚਰ ਸਿੱਖੀ ਦੇ ਵਿੱਚ ਉਹਨਾਂ ਰੂਪ ਦੇ ਵਿੱਚ ਹੋ ਕੇ ਜਾਂ ਸਿੱਖਾਂ ਤੋਂ ਲਿਖਾ ਕੇ ਉਹ ਗਲਤ ਲਿਟਰੇਚਰ ਸੈੱਟ ਰਹੀ, ਆਲਰੇਡੀ ਇਹ ਘੁਸਪੈਠ ਕਰ ਚੁੱਕੀ ਆ, ਉਹਨਾਂ ਦਾ ਜਿਹੜਾ ਨੁਕਸਾਨ ਕਰ ਰਹੀ ਆ। ਔਰ ਲੰਬੇ ਸਮੇਂ ਤੋਂ ਉਹਨਾਂ ਦੀ ਪਲਾਨਿੰਗ ਹੈ ਕਿ ਪੰਜਾਬ ਨੂੰ ਵੱਧ ਤੋਂ ਵੱਧ ਕਮਜ਼ੋਰ ਕੀਤਾ ਜਾਵੇ। ਬਾਕੀ ਮੈਂ ਇਸ ਗੱਲ ਨਾਲ ਮੈਂ ਸਹਿਮਤ ਨਹੀਂ ਹੈ, ਜਿਹੜਾ ਗਰੀਬ ਬੰਦਾ ਵਿਕਦਾ ਹੈਗਾ। ਮੈਂ ਕਹਿੰਦਾ ਹੁਣ ਤੁਸੀਂ ਪੰਜਾਬ ਦੇ ਵਿੱਚ ਲੀਡਰ ਵਿਕੇ ਆ, ਕੋਈ ਗਰੀਬ ਨਹੀਂ ਵਿਕਿਆ। ਚਾਹੇ ਤੁਸੀਂ ਕੈਪਟਨ ਲੈ ਲਓ, ਚਾਹੇ ਤੁਸੀਂ ਜਾਖੜ ਲੈ ਲਓ, ਚਾਹੇ ਤੁਸੀਂ ਕੇਵਲ ਸਿੰਘ ਢਿੱਲੋਂ, ਅਰਬਾਂ ਖਰਬਾਂ ਪਤੀ ਆ, ਅਮੀਰ ਬੰਦਿਆਂ ਚ ਆਉਂਦਾ ਉਹ ਬੰਦੇ ਵਿਕੇ ਆ। ਹੁਣ ਜੇ ਨਾ ਮੈਂ ਰਾਮਿਆ ਜੀ ਤੁਹਾਡੀ ਗੱਲ ਨੂੰ ਕਲੀਅਰ ਕਰ ਦੇਵਾਂ ਕਿ ਜੇ ਪੰਜਾਬ ਦੇ ਸਾਰੇ ਵੀ ਲੀਡਰ ਵਿਕ ਜਾਣ, ਜਿੰਨੇ ਵੱਡੇ ਵੱਡੇ ਕਹਿੰਦੇ ਆ, ਤੇ ਪੰਜਾਬ ਦੇ ਵਿੱਚ ਫੇਰ ਵੀ ਬੀਜੇਪੀ ਨਹੀਂ ਆਉਣੀ, ਕਿਉਂਕਿ ਪੰਜਾਬ ਦੇ ਅਣਖੀ ਲੋਕ ਆ, ਉਹਨੂੰ ਇੱਕ ਸਧਾਰਨ ਬੰਦੇ ਨੂੰ ਜਿਤਾਉਂਦੇ ਆ। ਕਈ ਵਾਰੀ ਇਹ ਜ਼ਰੂਰੀ ਨਹੀਂ ਹੈਗਾ ਕਿ ਉਹ ਲੀਡਰ ਮਗਰ ਜਾਂਦੇ ਆ। ਮੈਂ ਜਿਹੜੇ ਨਾ ਕਈ ਵਾਰੀ ਗਰੀਬ ਬੰਦੇ ਦੀ ਜ਼ਮੀਰ ਤਕੜੇ ਨਾ ਹੁੰਦੀ ਆ। ਹੁਣ ਤੁਸੀਂ ਦੇਖੋ ਕਿ ਹੁਣ ਝੋਲੀ ਚੱਕ, ਜਿਹੜੇ ਵੱਡੇ ਵੱਡੇ ਬੰਦੇ ਝੋਲੀ ਚੱਕ ਬਣੇ ਆ, ਗਰੀਬ ਕੋਈ ਨਹੀਂ ਗਿਆ। ਹੁਣ ਸਿਮਰਨਜੀਤ ਸਿੰਘ ਮੁਕਾਬਲੇ ਤੇ ਉਹ ਕੇਵਲ ਸਿੰਘ ਢਿੱਲੋਂ ਦਾ ਅਰਬਾਂ ਖਰਬਾਂ ਰੁਪਇਆ ਲਾ ਸਕਦਾ ਸੀਗਾ, ਉਹਦੇ ਮਗਰ ਬੀਜੇਪੀ ਵੀ ਲਾ ਸਕਦੀ ਸੀ, ਲੇਕਿਨ ਚੌਥੇ ਨੰਬਰ ਤੇ ਰਿਹਾ। ਹੁਣ 5ਵੇਂ ਨੰਬਰ ਤੇ ਬਾਦਲਾਂ ਦਾ ਪੈਸਾ ਵੀ ਘੱਟ ਨੇਗਾ, ਉਹਨੇ ਵੀ ਕਰਪਸ਼ਨ ਕਰਕੇ ਬਥੇਰੇ ਇਕੱਠੇ ਕੀਤੇ ਆ, ਉਹਨਾਂ ਦੇ ਉਹ ਸਾਰਿਆਂ ਨੂੰ ਫਾਡੀ ਰਹਿ ਗਏ ਆ। ਇਸ ਕਰਕੇ ਹੁਣ ਜਿਹੜੇ ਲੋਕ ਆ ਉਹ ਬਹੁਤ ਸਿਆਣੇ ਆ। ਜਿਹੜਾ ਤੁਹਾਡਾ ਖਦਸ਼ਾ ਹੈਗਾ, ਇਹ ਠੀਕ ਆ ਕਿ ਸਾਡਾ ਉਹ ਸ਼੍ਰੋਮਣੀ ਕਮੇਟੀ ਦੇ ਇੰਡਾਇਰੈਕਟ ਕਬਜ਼ਾ ਕਰਦੀ ਆ, ਜਾਂ ਸਾਡੇ ਲਿਟਰੇਚਰ ਨੂੰ ਖਰਾਬ ਕਰਕੇ, ਜਾਂ ਸਾਡੇ ਧਰਮ ਦੇ ਵਿੱਚ ਘੁਸਪੈਠ ਕਰਕੇ ਸਾਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੀ ਆ। ਲੇਕਿਨ ਪੰਜਾਬ ਦੇ ਹੁਣ ਕੁਝ ਲੋਕ ਜਿਹੜੇ ਬਾਹਰ ਬੈਠੇ ਆ, ਉਹ ਆਪਣਾ ਪਾਰਟ ਅਦਾ ਕਰ ਰਹੇ ਆ, ਉਹ ਜਾਗਰੂਕ ਕਰ ਰਹੇ ਆ, ਚਾਹੇ ਚੈਨਲ ਦੇ ਥਰੂ ਹੋਣ, ਚਾਹੇ ਆਪਣੇ ਉਹ ਲਿਟਰੇਚਰ ਦੇ ਥਰੂ ਹੋਣ, ਚਾਹੇ ਆਪਣੀ ਸਪੋਰਟ ਦਿੰਦੇ ਹੋਣ। ਅੱਜ ਪੰਜਾਬ ਦੇ ਵਿੱਚ ਬੀਜੇਪੀ ਦੇ ਪੈਰ ਨਹੀਂ ਲੱਗਣੇ। ਹੁਣ ਲੋਕ ਵੀ ਜਿਹੜਾ ਨਾ ਮੀਡੀਆ ਦਾ ਯੁੱਗ ਆ ਗਿਆ। ਅੱਗੇ ਤਾਂ ਗੱਲ ਬਾਹਰ ਹੀ ਨਿਕਲਦੇ ਤੇ ਕੁਝ ਖਬਰ ਨਹੀਂ ਛਪਦੀ ਸੀ, ਹੁਣ ਤਾਂ ਜਿਹੜੀ ਆ YouTube ਤੇ ਝੱਟ ਖਬਰ ਆ ਜਾਂਦੀ ਆ। ਇਸ ਲਈ ਹੁਣ ਸਾਨੂੰ ਸੁਚੇਤ ਰਹਿਣਾ ਚਾਹੀਦਾ। ਲੋਕ ਬਹੁਤ ਸੁਚੇਤ ਹੋ ਚੁੱਕੇ ਆ। ਇਹ ਜਿਹੜੀ ਗੱਲ ਆ ਬੀਜੇਪੀ ਦੀ ਨਹੀਂ ਬਣਨੀ ਹੈਗੀ, ਉਹਨੇ ਪੂਰੀ ਕੋਸ਼ਿਸ਼ ਕਰਨੀ ਆ। ਔਰ ਡਰਾਤ ਮਾਇਆਵਤੀ ਜਿਹੜੀ ਆ ਉਹ ਤਾਂ 100% ਗੁਲਾਮ ਆ। ਤੁਸੀਂ ਉਹ ਇਸ਼ਾਰਾ ਕੀਤਾ ਸੀਗਾ, ਕਿਉਂਕਿ ਉਹਦੇ ਉੱਤੇ CBI ਨੂੰ ED ਦਾ ਖਤਰਾ ਰਹਿੰਦਾ ਉਹਨੂੰ। ਉਹ ਜੋ ਬੀਜੇਪੀ ਕਹੂਗੀ ਉਹੀ ਕਰੂਗੀ, ਉਹ ਤੇ ਕੋਈ ਦਲਦਲਤਾ ਨੂੰ ਉਮੀਦ ਨਹੀਂ ਰੱਖਣੀ ਚਾਹੀਦੀ। ਬਿਲਕੁਲ। ਮੈਂ ਕਾਲੇ ਭਾ ਤੁਹਾਡੇ ਕੋਲੋਂ ਜਾਣਨਾ ਚਾਹਾਂ, ਜਿਸ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਸੂਬੇ ਬਾਏ ਸੂਬੇ ਕਰੀਏ, ਹਰੇਕ ਸੂਬੇ 'ਚ ਦੇਖ ਲਓ, ਯੂਪੀ ਦੀ ਗੱਲ ਕਰੀਏ, ਜਿਸ ਤਰ੍ਹਾਂ ਮਾਇਆਵਤੀ ਦਾ ਦਬਦਬਾ ਸੀ, ਉਹਨੂੰ ਜਿੱਦਾਂ ਸਰਪੰਚ ਸਾਹਿਬ ਨੇ ਵੀ ਕਿਹਾ, ਉਹਨੂੰ ਦਬਾ ਕੇ ਰੱਖ ਲਿਆ। ਉੱਥੇ ਮੁਲਾਇਮ ਸਿੰਘ ਯਾਦਵ ਪਰਿਵਾਰ ਦਾ ਦਬਦਬਾ ਸੀ। ਇਹਨਾਂ ਨੂੰ ਪਤਾ ਸੀ ਅਸੀਂ ਉਹਨਾਂ ਨੂੰ ਨਹੀਂ ਹਰਾ ਸਕਦੇ। ਪਹਿਲਾਂ ਮੁਲਾਇਮ ਸਿੰਘ ਯਾਦਵ ਨੂੰ ਤੇ ਅਖਿਲੇਸ਼ ਯਾਦਵ ਦੇ ਚਾਚੇ ਨੂੰ ਇੱਕ ਦੂਜੇ ਨਾਲ, ਸ਼ਿਵਪਾਲ ਨੂੰ ਲੜਾਇਆ, ਉਹਨਾਂ ਨੂੰ ਜੁਦੇ ਕੀਤਾ, ਉਹਨਾਂ ਨੂੰ ਇੰਨਾ ਉਹਨਾਂ ਦੀ ਵੰਡੀਆਂ ਪਾਤੀਆਂ, ਉਹਨਾਂ ਨੂੰ ਇੱਕ ਕਿਸਮ ਦਾ ਉੱਥੋਂ ਖਤਮ ਕਰਤਾ। ਜੇ ਆਪਾਂ ਕਹੀਏ ਉਹਨਾਂ ਦੀ ਸਰਕਾਰ ਬਣ ਜਾਵੇ, ਹਾਂ ਆਉਣ ਵਾਲੇ ਸਮੇਂ ਸਰਕਾਰ ਉਹਨਾਂ ਦੀ ਬਣੇ, ਚੰਗੀ ਗੱਲ ਆ। ਲੇਕਿਨ ਜਿਸ ਤਰ੍ਹਾਂ ਇਹਨਾਂ ਨੇ ਉਹਨਾਂ ਨੂੰ ਵੰਡ ਦਿੱਤਾ, ਉਹਨਾਂ ਤੇ ਕੇਸ ਪਾ ਦਿੱਤੇ, ਉਹਨਾਂ ਤੇ ਕਈ ਕੁਛ ਕਰਤਾ, ਜਿਹੜੀ ਇਹ ਨੀਤੀ ਆ ਕਾਲੇ ਭਾ, ਇਹ ਦੇਸ਼ ਲਈ ਘਾਤਕ ਨਹੀਂ?
ਦੇਖੋ ਬਲਿਹਾਰ ਜੀ, ਆਪਾਂ ਅੱਗੇ ਵੀ ਇਹ ਪ੍ਰੋਗਰਾਮ ਕਰਦੇ ਆ, ਹੁਣ ਵੀ ਕਰਦੇ ਆ। ਬੀਜੇਪੀ, ਦੇਖੋ ਬੀਜੇਪੀ, ਤੁਸੀਂ ਮੈਨੂੰ ਦੇਖੋ ਦੱਸੋ ਕਿ ਬੀਜੇਪੀ 1947 ਤੋਂ ਲੈ ਕੇ ਕਦੋਂ ਪਹਿਲੀ ਵਾਰੀ ਪਾਵਰ 'ਚ ਆਈ ਆ? ਪਹਿਲੀ ਵਾਰੀ ਉਹ ਇੰਨੀ ਪਾਵਰ ਦੇ ਵਿੱਚ ਮੋਦੀ ਮੋਹਰੇ ਹੋ ਕੇ ਉੱਭਰਿਆ ਤੇ ਉਹ ਪਾਵਰ ਦੇ ਵਿੱਚ ਆਈ। ਤੇ ਇਸ ਤਰ੍ਹਾਂ ਹੀ ਜਦੋਂ ਕਾਂਗਰਸ ਸਰਕਾਰ ਦਾ ਬੋਲਬਾਲਾ ਹੁੰਦਾ ਸੀ, ਸਰਕਾਰਾਂ ਸਾਰੀਆਂ ਨੇ ਤੋੜਨਾ ਹੁੰਦਾ, ਸਰਕਾਰਾਂ ਸਾਰੀਆਂ ਨੇ ਦੂਜਿਆਂ ਨੂੰ ਨਵਾ ਕੇ ਰੱਖਣਾ ਹੁੰਦਾ ਹੈ, ਡਰਾ ਕੇ ਰੱਖਣਾ ਹੁੰਦਾ, ਧਮਕਾ ਕੇ ਰੱਖਣਾ ਹੁੰਦਾ। ਇਹ ਕੋਈ ਸਮਾਂ ਹੁੰਦਾ ਜਦੋਂ ਹੁਣ ਸਮਾਂ ਬੀਜੇਪੀ ਦਾ ਆਇਆ ਜਿਵੇਂ ਚੱਲ ਰਿਹਾ, ਤੇ ਜਦੋਂ ਫਿਰ ਇਹ ਪਾਪ ਕਰੀ ਜਾਂਦੇ ਆ, ਪਾਪ ਕਰੀ ਜਾਂਦੇ, ਉਹਦਾ ਅੰਤ ਫਿਰ ਆਉਂਦਾ ਇੱਕ ਵਾਰੀ। ਜਦੋਂ ਚਾਰ ਸਪੇਰੇ ਇਹਨਾਂ ਨੇ ਹਰੇਕ ਬੰਦੇ ਨੂੰ ਢਾਹ ਲਈਏ। ਤੁਸੀਂ ਇਹ ਦੇਖ ਲਓ, ਜਦੋਂ ਸਦਾਮ ਹੁਸੈਨ ਤੇ ਹਮਲਾ ਹੋਇਆ, ਉਹ ਹਰੇਕ ਮੁਲਕ ਨਾਲ ਪੰਗੇ ਲੈਣ ਲੱਗ ਪਿਆ। ਜਿਹੜਾ ਹੀ ਉਹਨੂੰ ਕਹਿੰਦਾ ਸੀ ਕੋਈ, ਉਹਨੂੰ ਕਹਿ ਦਿੰਦਾ ਸੀ ਮੈਂ ਦੂਜਾ ਬੰਬ ਚਲਾ ਦੂੰਗਾ, ਨਿਊਕਲੀਅਰ ਛੱਡ ਦੂੰਗਾ। ਇਹ ਇਸ ਤਰ੍ਹਾਂ ਹੀ ਬੀਜੇਪੀ ਦਾ ਹਾਲ ਹੈ। ਇਹ ਭਾਵੇਂ ਜਿਹੜੀ ਮਰਜ਼ੀ ਸਟੇਟ ਨਾਲ ਪੰਗਾ ਲਵੇ, ਇਹ ਬਹੁਤਾ ਚਿਰ ਨਹੀਂ ਇਹ ਪੰਗੇ ਚੱਲਦੇ ਹੁੰਦੇ। ਅਕਸਰ ਇੱਕ ਦਿਨ ਐਂਡ ਇਹਨਾਂ ਦਾ ਵੀ ਹੋ ਜਾਣਾ, ਇਹਨਾਂ ਦੇ ਵਿੱਚ ਵੀ ਬਗਾਵਤ ਸ਼ੁਰੂ ਹੋਣੀ ਹੁੰਦੀ ਆ। ਇਹਨਾਂ ਨੇ ਵੀ ਆਪਸ ਵਿੱਚ ਲੋਕਾਂ ਨਾਲ ਪੰਗੇ ਲੈ ਕੇ ਲੋਕਾਂ ਤੋਂ ਮਾਰ ਖਾਣੀ ਆ। ਉਹਦਾ ਇੱਕ ਰਿਜ਼ਲਟ ਆਪਣੇ ਸਾਹਮਣੇ ਪਿਆ। ਭਾਵੇਂ ਲੱਖਾਂ, ਭਾਵੇਂ ਮਿਲੀਅਨੇਰ ਸਰਪੰਚ ਸਾਹਿਬ ਜੀ ਬੰਦੇ ਸੀ ਕਾਂਗਰਸ ਦੇ, ਅਕਾਲੀਆਂ ਦੇ, ਔਰ ਕਿੰਨਾ ਪੈਸਾ ਵੰਡਿਆ ਗਿਆ ਆਪਣੇ ਪੰਜਾਬ ਦੀ ਚੋਣ ਦੇ ਵਿੱਚ। ਤੇ ਆਮ ਲੋਕਾਂ ਨੂੰ ਲੋਕਾਂ ਨੇ ਜਦੋਂ ਰੁਖ ਬਦਲਿਆ, ਰੁਖ ਬਦਲ ਕੇ ਲੋਕਾਂ ਨੇ ਆਮ ਲੋਕਾਂ ਨੂੰ ਉਹ ਇੰਨੀ ਬਹੁਮਤ ਨਾਲ ਜਗਾਇਆ ਕਿ ਜਿਹੜੇ ਪਿਛਲੇ ਪੁਰਾਣੇ ਸਮਿਆਂ ਦਾ ਰਿਕਾਰਡ ਤੋੜ ਕੇ ਲੋਕਾਂ ਨੇ ਉਹ ਮਾਰਿਆ ਤੇ 92 MLA ਉਹਨਾਂ ਨੇ ਜਿਤਾਤੇ। ਇਸ ਤਰ੍ਹਾਂ ਹੀ ਇੱਕ ਜਿਹੜੀ ਇਹ ਏਦਾਂ ਅੱਤ ਚੁੱਕਦੀ ਰਹੂਗੀ ਤੇ ਅੱਤ ਦਾ ਰੱਬ ਵੈਰੀ ਹੁੰਦਾ, ਕਿਤੇ ਨਾ ਕਿਤੇ ਬੀਜੇਪੀ ਨੂੰ ਵੀ ਮੂੰਹ ਦੀ ਖਾਣੀ ਪੈ ਜਾਊਗੀ। ਪਰ ਇਹ ਕੋਈ ਸਮਾਂ ਹੁੰਦਾ, ਅਜੇ ਸਮਾਂ ਚੱਲ ਰਿਹਾ ਬੀਜੇਪੀ ਦਾ। ਕਾਲੇ ਭਾ, ਜਿਹੜੀ ਤੁਸੀਂ ਗੱਲ ਕੀਤੀ ਕਿ ਇਹ 1947 ਤੋਂ, ਇਹ 1947 ਦੀ ਪਾਰਟੀ ਨਹੀਂਗੀ, ਇਹਨੂੰ ਅਜੇ 40-42 ਸਾਲ ਹੀ ਪਾਰਟੀ ਬੀਜੇਪੀ ਬਣੀ ਹੋਏ ਆ। ਪਹਿਲੀ ਵਾਰੀ ਇਹਨਾਂ ਦੀ ਜਦੋਂ ਪਾਰਟੀ ਦੋ ਵਿਧਾਇਕ ਬਣੇ ਸੀ, ਦੋ ਮੈਂਬਰ ਪਾਰਲੀਮੈਂਟ ਪੂਰੇ ਭਾਰਤ ਚੋਂ ਬਣੇ ਸੀਗੇ। ਉਸ ਤੋਂ ਪਿੱਛੋਂ ਜਦੋਂ ਵਾਜਪਾਈ ਨੇ ਸਰਕਾਰ ਬਣਾਈ ਤੇ ਉਹਨਾਂ ਨੇ ਅਨੇਕਾਂ ਪਾਰਟੀਆਂ ਨੇ, ਤਕਰੀਬਨ, ਜੇ ਸਰਪੰਚ ਸਾਹਿਬ ਮੈਂ ਗਲਤ ਨਾ ਹੋਵਾਂ ਤਾਂ ਮੈਂ ਕਿਹਾ 14-15 ਪਾਰਟੀਆਂ ਰਲ ਕੇ ਸੀਗੀਆਂ ਜਿਨ੍ਹਾਂ ਨੇ ਵਾਜਪਾਈ ਨੂੰ ਪ੍ਰਧਾਨ ਮੰਤਰੀ ਬਣਾਇਆ। ਜਦੋਂ ਮੋਦੀ ਵੀ 2014 ਵਿੱਚ ਪ੍ਰਧਾਨ ਮੰਤਰੀ ਬਣਿਆ, ਇਹ 'ਚ ਕੋਈ ਸ਼ੱਕ ਨਹੀਂ ਕਿ ਇਹਨਾਂ ਨੂੰ ਉਦੋਂ ਮੈਜੋਰਿਟੀ ਮਿਲ ਗਈ। ਲੇਕਿਨ ਨਾਲ ਕਿੰਨੀਆਂ ਹੋਰ ਪਾਰਟੀਆਂ ਸੀਗੀਆਂ ਜਿਨ੍ਹਾਂ ਦੇ MLA ਨਾਲ ਰਲੇ ਤਦ ਇਹ ਬਣੇ। ਸਰਪੰਚ ਸਾਹਿਬ, ਜੇ ਤੁਹਾਨੂੰ ਪਤਾ ਕਿਹੜੇ ਸਾਲ 'ਚ ਬਣੀ ਆ ਪਾਰਟੀ, ਮੈਨੂੰ ਮਾੜਾ ਦੱਸ ਦੂੰਗੇ? ਜਿਹੜੀ ਨਾ ਇਹ ਜਿਹੜੀ ਬੀਜੇਪੀ ਆ, ਇਹ ਸਭ ਤੋਂ ਪਹਿਲਾਂ ਜਨਸੰਘ ਹੁੰਦਾ ਸੀਗਾ। ਬਿਲਕੁਲ ਇਹਨਾਂ ਦਾ ਚੋਣ ਨਿਸ਼ਾਨ ਦੀਵਾ ਹੁੰਦਾ ਸੀਗਾ। ਇਹ ਜਿਹੜੀ ਫਿਰ ਉਸ ਤੋਂ ਬਾਅਦ ਜਿਹੜੀ ਜਨਤਾ ਪਾਰਟੀ ਟੁੱਟੀ ਆ 70 ਤੋਂ 79 ਚ ਜਨਤਾ ਪਾਰਟੀ ਖਿਲਰ ਗਈ। ਉਸ ਤੋਂ ਬਾਅਦ ਇਹਨਾਂ ਨੇ 79 ਦੇ ਵਿੱਚ ਤੋਂ 79 ਤੋਂ ਬਾਅਦ ਬੀਜੇਪੀ ਬਣਾਈ ਆ। ਇਹ ਪਹਿਲਾਂ ਜਨਸੰਘ ਸੀਗਾ, ਇਹ ਜਨਸੰਘ। ਤੇ ਇਹ ਜਿਹੜੀ ਜਨਤਾ ਪਾਰਟੀ ਨੂੰ ਤੋੜ ਕੇ ਜਿਹੜਾ ਮਰਾਰਜੀ ਦੇਸਾਈ ਤੋਂ ਬਾਅਦ ਸਰਕਾਰ ਟੁੱਟ ਗਈ, ਫਿਰ ਚਰਨ ਸਿੰਘ ਪ੍ਰਧਾਨ ਬਣਿਆ, ਫਿਰ ਉਹਦਾ ਖੋਰ ਕੋਈ ਬਣਿਆ। ਟੁੱਟਣ ਤੋਂ ਬਾਅਦ ਫਿਰ ਬੀਜੇਪੀ ਬਣਾਈ ਆ। ਚੰਦਰ ਸ਼ੇਖਰ ਵੀ ਬਣਿਆ ਸੀਗਾ, ਆਪਣਾ ਦੂਜਾ ਵੀ ਬਣਿਆ ਸੀ ਜਲੰਧਰ ਵਾਲਾ, ਗੁਜਰਾਲ ਵੀ ਬਣੇ। ਉਸ ਤੋਂ ਬਾਅਦ ਇਹਨੇ ਸੋਚਿਆ ਕਿ ਹਿੰਦੂਤਵਾ ਨੂੰ ਅੰਦਰੋਂ ਅੰਦਰੀ ਮਜ਼ਬੂਤ ਕਰਦੇ ਰਹੇ। ਇਹਨੇ ਫਿਰ ਜਿਹੜੀ ਨਾ ਉਹ ਇੱਕ ਰੱਥ ਯਾਤਰਾ ਤੋਰੀ ਸੀਗੀ ਰਾਮ ਦੇ ਨਾਂ ਤੇ। ਫਿਰ ਉਹਨੂੰ ਬਿਹਾਰ ਦੇ ਬਾਰਡਰ ਤੇ ਉਦੋਂ ਰੋਕ ਲਿਆ ਸੀਗਾ, ਯੂਪੀ ਦੇ ਬਿਹਾਰ ਦੇ ਬਾਰਡਰ ਤੇ। ਇਹਨਾਂ ਨੇ ਆਪੋ ਆਪਣੇ ਇੱਕ ਪਾਸੇ ਤਾਂ ਇਹ ਚਲਾਉਂਦੇ ਰਹਿੰਦੇ ਵੀ ਅਸੀਂ ਹਿੰਦੂਤਵ ਨੂੰ ਮਜ਼ਬੂਤ ਕਰਨਾ। ਇਹ ਹਿੰਦੂ ਰਾਮ ਦਾ ਨਾਂ ਲੈ ਕੇ ਇਹਨਾਂ ਨੇ ਉਹਦਾ ਸੰਘਰਸ਼ ਛੇੜਿਆ, ਬਾਬਰੀ ਮਸਜਿਦ ਛੇੜਿਆ। ਇਹਨਾਂ ਲੋਕਾਂ ਦੇ ਜਜ਼ਬਾਤਾਂ ਨੂੰ। ਸਰਪੰਚ ਸਾਹਿਬ, ਆਪਣਾ ਸਮਾਂ ਸਮਾਪਤ ਮੁੱਕ ਗਿਆ, ਇਸ ਕਰਕੇ ਮੈਂ ਰਿਣੀਆਂ ਕਾਲੇ ਭਾ, ਜਿਹੜੀ ਇਹ ਪਾਰਟੀ ਤਕਰੀਬਨ 80-81 ਦੇ ਵਿੱਚ ਬਣੀ ਆ। ਸੋ ਇਹਨਾਂ ਨੇ ਇਸ ਤਰ੍ਹਾਂ ਆਪਣੀ ਮੰਜ਼ਿਲ ਨੂੰ ਤੈਅ ਕੀਤਾ, ਇਸ ਤਰ੍ਹਾਂ ਇਹ ਕਬਜ਼ੇ ਕਰਨ ਦੀਆਂ ਕੋਸ਼ਿਸ਼ਾਂ ਕਰਦੀ ਆ। ਮੈਂ, ਕਿਉਂਕਿ ਤੁਸੀਂ ਆਪੋ ਆਪਣੇ ਵਿਚਾਰ ਦਿੱਤੇ, ਮੇਰੀ ਤੇ ਇੱਕ ਹੀ ਅਰਦਾਸ ਹੈ ਗੁਰੂ ਚਰਨਾਂ 'ਚ ਕਿ ਇਹ ਆਪਣੇ ਮਨਸੂਬਿਆਂ 'ਚ ਕਾਮਯਾਬ ਨਾ ਹੋਵੇ। ਵੱਖ-ਵੱਖ ਸੂਬਿਆਂ 'ਚ ਵੱਖ-ਵੱਖ ਪਾਰਟੀਆਂ ਸਰਕਾਰਾਂ ਬਣਨ ਤਾਂ ਕਿ ਇਹਨਾਂ ਤੇ ਵੀ ਪ੍ਰੈਸ਼ਰ ਪਿਆ ਰਹੇ ਤੇ ਭਾਰਤ ਦੀ, ਪੰਜਾਬ ਦੀ ਅਤੇ ਹੋਰ ਸੂਬਿਆਂ ਦੀ ਤਰੱਕੀ ਵੀ ਹੋ ਸਕੇ। ਅਗਰ ਉਹ ਸੂਬੇ ਭਾਰਤ ਤਰੱਕੀ ਦੀ ਮੰਜ਼ਿਲਾਂ ਨੂੰ ਛੂਹੇਗਾ
ਤੇ ਆਪਾਂ ਬਾਹਰ ਬੈਠੇ ਵਿਦੇਸ਼ੀ, ਚਾਹੇ ਆਪਾਂ ਜੋ ਮਰਜ਼ੀ ਕਹੀਏ ਕਿ ਅਸੀਂ ਖਾਲਿਸਤਾਨ ਨੂੰ ਸਪੋਰਟ ਕਰਦੇ ਹਾਂ, ਅਸੀਂ ਫਲਾਨਾ, ਅਸੀਂ ਭਾਰਤੀਆਂ ਨੂੰ ਮੰਨਦੇ ਨਹੀਂ, ਅਸੀਂ ਭਾਰਤ ਦੇ ਸੰਵਿਧਾਨ ਨੂੰ ਨਹੀਂ ਮੰਨਦੇ, ਲੇਕਿਨ ਅਖੀਰ ਨੂੰ ਆਪਾਂ ਹਾਂ ਭਾਰਤੀ ਸੀ, ਭਾਰਤੀ ਹਾਂ ਤੇ ਭਾਰਤੀ ਹੀ ਰਹਿਣਾ। ਸੋ ਇਸ ਕਰਕੇ ਭਾਰਤ ਆਪਣਾ ਤਰੱਕੀ ਦੀ ਮੰਜ਼ਿਲ ਨੂੰ ਛੂਹੇ, ਜਿੰਨਾ ਚਿਰ ਇਹ ਸਰਕਾਰ ਇਸ ਤਰ੍ਹਾਂ ਦੇ ਹੱਥ ਕੰਡੇ ਅਪਣਾਊਗੀ ਉਹਨਾਂ ਚਿਰ ਆਪਾਂ ਇਹ ਮੰਜ਼ਿਲਾਂ ਨੂੰ ਨਹੀਂ ਛੂਹ ਸਕਦੇ, ਉਹਨਾਂ ਚਿਰ ਭਾਰਤ ਤਰੱਕੀ ਦੀ ਮੰਜ਼ਿਲ ਤੇ ਨਹੀਂ ਜਾ ਸਕਦਾ। ਸੋ ਮੇਰੇ ਵੱਲੋਂ, ਮੇਰੀ ਪੂਰੀ ਟੀਮ ਵੱਲੋਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਮੇਰੀ ਪੂਰੀ ਟੀਮ ਨੂੰ ਦਿਓ ਇਜਾਜ਼ਤ। ਆਪਣੇ ਦਾਸ ਬਲਿਹਾਰ ਸਿੰਘ ਰਾਮੇਵਾਲ ਨੂੰ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।